ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਕਲਾਸ ਵਿੱਚ ਸਭ ਦਾ ਸਵਾਗਤ ਹੈ। ਉਮੀਦ ਕਰਦਾ ਤੁਹਾਨੂੰ ਸਮਝ ਆਏਗੀ ਅਤੇ ਤੁਹਾਡੀ ਬਹੁਤ ਹੀ ਵਧੀਆ ਤਿਆਰੀ ਹੋਏਗੀ। ਇਸ ਤਰ੍ਹਾਂ ਦੇ ਹੋਰ ਕੁਐਸਚਨ ਤੁਸੀਂ ਕਰਨ ਲਈ ਪਲੀਜ਼ ਗੁਜ਼ਾਰਿਸ਼ ਕਰਦਾ ਹਾਂ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਕੁਐਸਚਨ ਲੈਣੇ ਅੱਜ ਦਾ ਫਸਟ ਕੁਐਸਚਨ ਹੈ, ਜਦੋਂ ਇੱਕ ਅਧਿਆਪਕ ਬੱਚੇ ਨੂੰ ਸਫਲਤਾ ਦਾ ਅਹਿਸਾਸ ਕਰਾਉਂਦਾ ਹੈ ਤਾਂ ਉਹ ਪ੍ਰਯੋਗ ਕਰ ਰਿਹਾ ਹੁੰਦਾ ਹੈ। ਕਿਸ ਤਰ੍ਹਾਂ ਦਾ ਲਾ ਜਿਹੜਾ ਪ੍ਰਯੋਗ ਕਰ ਰਿਹਾ ਹੁੰਦਾ ਹੈ? ਤਤਪਰਤਾ ਦੇ ਨਿਯਮ ਦਾ, ਲਾ ਆਫ ਰੈਡੀਨੈਸ, ਪ੍ਰਭਾਵ ਦੇ ਨਿਯਮ ਦਾ, ਲਾ ਆਫ ਇਫੈਕਟ, ਅਭਿਆਸ ਦੇ ਨਿਯਮ ਦਾ, ਲਾ ਆਫ ਐਕਸਰਸਾਈਜ਼, ਜਾਂ ਮਾਨਸਿਕ ਤਤਪਰਤਾ ਦੇ ਨਿਯਮ ਦਾ। ਤਾਂ ਜਦੋਂ ਸਫਲਤਾ ਦਾ ਅਹਿਸਾਸ ਕਰਾਉਂਦਾ ਤਾਂ ਉਹ ਬੱਚੇ ਨੂੰ ਕਰ ਰਿਹਾ ਹੁੰਦਾ ਹੈ ਪ੍ਰਭਾਵ ਦੇ ਨਿਯਮ ਦਾ। ਵੈਰੀ ਇੰਪੋਰਟੈਂਟ। ਤਾਂ ਜਦ ਉਹ ਬੱਚੇ ਨੂੰ ਸਫਲਤਾ ਦਾ ਅਹਿਸਾਸ ਕਰਾਉਂਦਾ ਤਾਂ ਲਾ ਆਫ ਇਫੈਕਟਿਵ ਹੋਊਗਾ, ਪ੍ਰਭਾਵ ਪੈਂਦਾ ਬੱਚੇ ਦੇ। ਬੁੱਧੀ ਦੇ ਲਈ ਕਿਹੜਾ ਕਥਨ ਨਹੀਂ ਹੈ? ਦੇਖੋ ਜੀ, ਬੁੱਧੀ ਦੇ ਲਈ ਕਿਹੜਾ ਕਥਨ ਨਹੀਂ ਹੈ? ਜਿਹੜੀ ਇੰਟੈਲੀਜੈਂਸੀ ਹੈ। ਵਾਟ ਇਜ਼ ਇੰਟੈਲੀਜੈਂਸੀ ਹੈ? ਮਤਲਬ ਇਹ ਨੋਟ ਇੰਟੈਲੀਜੈਂਸੀ, ਰਿਲੇਟਡ ਟੂ ਨੋਟ ਇੰਟੈਲੀਜੈਂਸੀ, ਮਤਲਬ ਬੁੱਧੀ ਦੇ ਨਾਲ ਕਿਹੜੀ ਚੀਜ਼ ਰਿਲੇਟ ਨਹੀਂ ਕਰਦੀ। ਬੁੱਧੀ ਸਿੱਖਣ ਦੀ ਯੋਗਤਾ ਹੈ, ਬਿਲਕੁਲ। ਬੁੱਧੀ ਹੋਏਗੀ ਤਾਂ ਬੱਚਾ ਸਿੱਖਦਾ ਹੈ। ਵੱਧ ਬੁੱਧੀ ਵਾਲਾ ਵਿਅਕਤੀ ਵੱਧ ਅਤੇ ਵਧੇਰੇ ਸਿੱਖਦਾ ਅਤੇ ਜ਼ਿਆਦਾ ਸਿੱਖਦਾ ਹੈ। ਠੀਕ ਹੈ। ਔਰ ਬੁੱਧੀ ਸਮੱਸਿਆ ਦਾ ਹੱਲ ਕਰਨ ਦੀ ਯੋਗਤਾ, ਹਾਂਜੀ, ਪ੍ਰੋਬਲਮ ਸੋਲਵਿੰਗ ਇੰਟੈਲੀਜੈਂਸੀ ਨਾਲ ਕੀ ਹੁੰਦੀ ਹੈ ਜੀ? ਸਾਡੀ ਸਮੱਸਿਆ ਦਾ ਹੱਲ ਹੁੰਦਾ ਹੈ। ਠੀਕ ਹੈ ਜੀ। ਬੁੱਧੀ ਮਿਹਨਤ ਕਰਨ ਦੀ ਯੋਗਤਾ ਹੈ? ਨਹੀਂ ਜੀ। ਇਹ ਚਲੋ ਅੱਗੇ ਪੜ੍ਹਦੇ ਹਾਂ। ਬੁੱਧੀ ਨਵੀਂ ਪ੍ਰਸਥਿਤੀ ਦੇ ਅਨੁਕੂਲ ਕਰਨ ਦੀ ਹੈ, ਮਤਲਬ ਐਡਜਸਟਮੈਂਟ ਸਾਨੂੰ ਕਰਾਉਂਦੀ ਹੈ ਬੁੱਧੀ, ਬਿਲਕੁਲ। ਤਾਂ ਇਹਦਾ ਆਨਸਰ ਹੈ ਜੀ, ਬੁੱਧੀ ਮਿਹਨਤ ਕਰਨ ਦੀ ਯੋਗਤਾ ਨਹੀਂ ਹੈ। ਠੀਕ ਹੈ। ਬੁੱਧੀ ਸਿੱਖਣ ਦੀ ਯੋਗਤਾ ਹੈ, ਸਮੱਸਿਆ ਹੱਲ ਕਰਦੀ ਹੈ, ਮਤਲਬ ਲਰਨਿੰਗ ਹੁੰਦੀ ਹੈ ਬੁੱਧੀ ਨਾਲ, ਪ੍ਰੋਬਲਮ ਸੋਲਵਿੰਗ ਹੁੰਦੀ ਹੈ ਅਤੇ ਐਡਜਸਟਮੈਂਟ ਹੁੰਦੀ ਹੈ। ਠੀਕ ਹੈ ਜੀ। ਨੈਕਸਟ ਹੈ ਜੀ, ਉਹਨਾਂ ਨੇ ਪੁੱਛਿਆ ਨਹੀਂ ਹੈ ਤਾਂ ਨਹੀਂ ਹੈ ਆਹ ਵਾਲਾ, ਬੁੱਧੀ ਮਿਹਨਤ ਕਰਨ ਦੀ ਯੋਗਤਾ ਨਹੀਂ ਹੈ। ਇੱਕ ਮੰਦ ਬੁੱਧੀ ਜਾਂ ਇੱਕ ਮੱਧ ਗਤੀ ਨਾਲ ਸਿੱਖਣ ਵਾਲੇ ਬਾਲਕ ਨੂੰ ਜ਼ਰੂਰਤ ਹੁੰਦੀ ਹੈ। ਕਿਸ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ ਜੀ? ਵਾਧੂ ਸਹਾਇਤਾ ਦੀ ਹੁੰਦੀ ਹੈ, ਵਿਸ਼ੇਸ਼ ਸਹਾਇਤਾ ਦੀ ਹੁੰਦੀ ਹੈ, ਕਿਸੇ ਸਹਾਇਤਾ ਦੀ ਨਹੀਂ, ਜਾਂ ਕੁਝ ਸਹਾਇਤਾ ਦੀ ਹੈ। ਦੇਖੋ, ਇੱਕ ਮੱਧ ਬੁੱਧੀ ਹੈ। ਮੱਧ ਬੁੱਧੀ ਦੇ ਵਿੱਚ ਜਿਹੜੀ ਆਪਾਂ ਵਾਧੂ ਸਹਾਇਤਾ ਹੈ ਜਾਂ ਵਿਸ਼ੇਸ਼ ਸਹਾਇਤਾ ਕਿਹਨਾਂ ਲਈ ਹੁੰਦੀ ਹੈ? ਵਿਸ਼ੇਸ਼ ਸਹਾਇਤਾ ਤਾਂ ਉਹਨਾਂ ਲਈ ਹੁੰਦੀ ਹੈ ਜਿਹੜੇ ਲਰਨਿੰਗ ਡਿਸੇਬਿਲਿਟੀ ਵਾਲੇ ਹੁੰਦੇ ਹੈ, ਜਾਂ ਕੋਈ ਅਪਾਹਿਜ ਹੈ, ਜਾਂ ਕਿਸੇ ਨਾ ਕਿਸੇ ਚੀਜ਼ 'ਚ ਡੈਫੀਸ਼ੀਐਂਸੀ, ਉਹਨਾਂ ਨੂੰ ਕਮੀ ਹੈ। ਪਰ ਇੱਥੇ ਗੱਲ ਹੁੰਦੀ ਹੈ ਮੱਧ ਗਤੀ ਨਾਲ ਸਿੱਖਣ ਵਾਲੇ ਨੂੰ, ਮਤਲਬ ਉਹਦੀ ਸਪੀਡ ਘੱਟ ਹੈ। ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਹੈ? ਤਾਂ ਉਹਨਾਂ ਨੂੰ ਵਾਧੂ ਸਹਾਇਤਾ। ਠੀਕ ਹੈ। ਥੋੜ੍ਹਾ ਜਿਹਾ ਉਹਨਾਂ 'ਤੇ ਐਫਰਟ ਕੀਤਾ ਜਾਵੇ ਤਾਂ ਉਹਦੀ ਜਿਹੜੀ ਸਪੀਡ ਨੂੰ ਇਨਕਰੀਜ਼ ਕੀਤਾ ਜਾ ਸਕਦਾ। ਤਾਂ ਉਹਦਾ ਆਨਸਰ ਹੈ ਜੀ ਵਾਧੂ ਸਹਾਇਤਾ ਦੀ। ਵਿਸ਼ੇਸ਼ ਸਹਾਇਤਾ ਆਪਾਂ ਕਿਉਂ ਨਹੀਂ ਲਾਇਆ? ਵਿਸ਼ੇਸ਼ ਸਹਾਇਤਾ ਵਾਲੇ ਬੱਚਿਆਂ ਲਈ ਹੁੰਦੀ ਹੈ, ਇਹ ਮੱਧ ਗਤੀ ਨਾਲ ਚੱਲਣ ਵਾਲੇ ਬੱਚਿਆਂ ਦੇ ਲਈ ਸੀ, ਇਸ ਕਰਕੇ ਆਪਣਾ ਆਨਸਰ ਬਣਿਆ ਵਾਧੂ ਸਹਾਇਤਾ ਦੀ। ਨੈਕਸਟ ਆਪਾਂ ਪੜ੍ਹਦੇ ਹਾਂ ਜੀ। ਨੈਕਸਟ ਕੁਐਸਚਨ ਫੋਰਥ ਤੁਹਾਡੀ ਸਕਰੀਨ ਦੇ ਉੱਤੇ ਦਿਖਾਈ ਦੇ ਰਿਹਾ ਜੀ। ਕਹਿੰਦੇ ਆ ਜੀ, ਜਦੋਂ ਬੱਚਾ ਕਿਸੇ ਸ਼ਬਦ ਦਾ ਗਲਤ ਉਚਾਰਨ ਕਰਦਾ ਹੈ, ਤੁਸੀਂ ਕੀ ਕਰੋਗੇ? ਗਲਤ ਉਚਾਰਨ ਕਰਦਾ ਹੈ, ਠੀਕ ਹੈ ਜੀ, ਤਾਂ ਕਹੋਗੇ ਕਿ ਅਜਿਹਾ ਨਾ ਬੋਲੋ, ਅਸ਼ੁੱਧ ਉਚਾਰਨ ਦੱਸੋਗੇ, ਗਲਤ ਉਚਾਰਨ ਲਈ ਫਟਕਾਰ ਲਗਾਓਗੇ, ਧਿਆਨ ਨਹੀਂ ਦਓਗੇ। ਦੇਖੋ, ਕਹੋਗੇ ਅਜਿਹਾ ਨਾ ਬੋਲੋ, ਜੇ ਬੋਲੂਗਾ ਨਹੀਂ ਤਾਂ ਫਿਰ ਉਹ ਸਿੱਖੂਗਾ ਕਿਵੇਂ? ਤਾਂ ਆਪਾਂ ਕੀ ਕਹਾਂਗੇ ਜੀ? ਸ਼ੁੱਧ ਉਚਾਰਨ ਦੱਸਾਂਗੇ, ਬੇਟਾ ਇਸ ਨੂੰ ਇਸ ਤਰ੍ਹਾਂ ਨਹੀਂ ਬੋਲਿਆ ਜਾਂਦਾ। ਕਈ ਜੂਜ ਬੋਲਦੇ ਆ, ਯੂਜ਼ ਨੂੰ ਬੋਲਦੇ, ਜੂਜ ਨਹੀਂ ਹੁੰਦਾ, ਆਪਾਂ ਕਹਾਂਗੇ ਨਾ ਯੂਜ਼ ਬੋਲਿਆ ਜਾਂਦਾ, ਹੈ ਨਾ, ਯੂਜ਼ ਬੋਲਿਆ ਜਾਂਦਾ। ਮੰਨ ਲਓ ਆਪਾਂ ਇੱਕ ਐਗਜ਼ਾਮਪਲ ਲਈ, ਜੂਜ ਬੋਲਦਾ ਬੱਚਾ, ਜੂਜ ਨਹੀਂ ਹੁੰਦਾ, ਯੂਜ਼ ਹੁੰਦਾ। ਤਾਂ ਉਹਨੂੰ ਸ਼ੁੱਧ ਉਚਾਰਨ ਦੱਸਾਂਗੇ ਉਹਦਾ, ਹੈ ਨਾ। ਤਾਂ ਜਿਸ ਨਾਲ ਬੱਚਾ ਸੁਣੇਗਾ ਤਾਂ ਆਪਦੀ ਜਿਹੜੀ ਗਲਤੀ ਨੂੰ ਸਹੀ ਕਰੇਗਾ। ਠੀਕ ਹੈ। ਫਟਕਾਰ ਤਾਂ ਕਦੇ ਨਹੀਂ ਲਗਾਵਾਂਗੇ, ਉਹਨੂੰ ਦੱਸਾਂਗੇ ਨਾ। ਠੀਕ ਹੈ। ਕੁਐਸਚਨ ਨੰਬਰ ਜਿਹੜਾ ਹੈ ਸੈਕਿੰਡ ਇਹਦਾ ਆਨਸਰ ਆ ਗਿਆ। ਕੁਐਸਚਨ ਨੰਬਰ 5 ਲੈਂਦੇ ਹਾਂ ਜੀ। ਕੁਐਸਚਨ ਨੰਬਰ 5 ਦੇ ਵਿੱਚ ਧਿਆਨ ਦੇਣਾ। ਕਹਿੰਦੇ ਜੀ, ਤੁਹਾਡੀ ਕਲਾਸ ਦੀ ਇੱਕ ਕੁੜੀ ਦੀ ਰੁਚੀ ਖੇਡਾਂ 'ਚ ਹੈ ਅਤੇ ਖੇਡਾਂ ਵਿੱਚ ਆਪਣੇ ਕਰੀਅਰ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜੀ। ਠੀਕ ਹੈ ਜੀ। ਤੁਸੀਂ ਉਸਨੂੰ ਕੀ ਸਲਾਹ ਦੇਵੋਗੇ? ਕਿਉਂਕਿ ਟੀਚਰ ਇੱਕ ਗਾਈਡੈਂਸ ਵੀ ਕਰਦਾ ਨਾ ਬੱਚਿਆਂ ਦੀ, ਤਾਂ ਇੱਕ ਗਾਈਡ ਵੀ ਹੁੰਦਾ ਬੱਚੇ ਦੇ ਲਈ। ਉਸਨੂੰ ਸਿਰਫ ਪੜ੍ਹਾਈ ਵੱਲ ਧਿਆਨ ਦੇਣ ਲਈ ਕਹੋਗੇ? ਇਹ ਤਾਂ ਕੋਈ ਗੱਲ ਨਹੀਂ ਹੋਈ। ਲੜਕੀਆਂ ਖੇਡਾਂ ਵਿੱਚ ਅੱਗੇ ਨਹੀਂ ਵੱਧ ਸਕਦੀਆਂ ਕਿਉਂਕਿ ਉਹ ਸਰੀਰਕ ਰੂਪ 'ਚ ਕਮਜ਼ੋਰ ਹੁੰਦੀਆਂ, ਜਿਵੇਂ ਹੁਣ ਇਹ ਗੱਲ ਤਾਂ ਢੁਕਦੀ ਨਹੀਂ ਨਾ। ਹੁਣ ਭਾਰਤ ਦੀਆਂ ਬਹੁਤ ਸਾਰੀਆਂ ਲੜਕੀਆਂ ਨੇ ਜਿਹੜੀਆਂ ਖੇਡਾਂ ਵਿੱਚ ਜਾ ਕੇ ਤਗਮੇ ਜਿੱਤ ਕੇ ਆ ਰਹੀਆਂ ਨੇ, ਹੈ ਨਾ, ਗੋਲਡ ਮੈਡਲਿਸਟ ਨੇ, ਹੈ ਨਾ, ਐਥਲੀਟ ਹੈ, ਬੈਸਟ ਐਥਲੀਟ ਨੇ, ਹੈ ਨਾ। ਤਾਂ ਸਾਨੀਆ ਮਿਰਜ਼ਾ ਵਰਗੀ ਹੈ, ਸਾਨੀਆ ਨੇਹਵਾਲ ਵਰਗੀ ਹੈ,
ਹੈ ਨਾ। ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਹੈਗੀਆਂ, PT ਊਸ਼ਾ ਵਰਗੇ ਹੈ ਨਾ। ਤਾਂ ਇਹ ਤਾਂ ਗੱਲ ਹੈ ਨਹੀਂ ਵੀ ਕਮਜ਼ੋਰ ਹੈ। ਉਹਨਾਂ ਨੂੰ ਆਪਣੀ ਇੱਛਾ ਦੀ ਪੂਰਤੀ ਲਈ ਕਠੋਰ ਮਿਹਨਤ ਕਰਨ ਦੀ ਸਲਾਹ ਦੇਵਾਂਗੇ? ਬਿਲਕੁਲ ਵੀ ਹਾਂ। ਜੇ ਪੁੱਤ ਜੇ ਤੁਸੀਂ ਜਾਣਾ ਹੀ ਹੈ ਖੇਡਾਂ 'ਚ ਤਾਂ ਤੁਹਾਨੂੰ ਕੀ ਕਰਨਾ ਪਏਗਾ, ਤੁਹਾਨੂੰ ਉਹਦੇ ਲਈ ਕੀ ਕਰਨੀ ਪਏਗੀ, ਸਖਤ ਮਿਹਨਤ ਕਰਨੀ ਪਏਗੀ, ਅਤੇ ਇਹੀ ਆਨਸਰ ਬਣੇਗਾ। ਠੀਕ ਹੈ ਜੀ। ਨੈਕਸਟ ਆਪਾਂ ਕੁਐਸਚਨ ਲੈਂਦੇ ਹਾਂ 6 ਕੁਐਸਚਨ ਸੁਣੋ। ਇਹ ਹੈ ਸਮਰੂਪਤਾ ਦਾ ਸਿਧਾਂਤ। ਠੀਕ ਹੈ ਜੀ। ਤਾਂ ਥਿਊਰੀ ਆਫ ਆਇਡੈਂਟੀਕਲ ਐਲੀਮੈਂਟਸ। ਠੀਕ ਹੈ। ਕਿਸ ਮਨੋਵਿਗਿਆਨਿਕ ਦੀ ਦੇਣ ਆ? ਤਾਂ ਸਮਰੂਪਤਾ ਦਾ ਸਿਧਾਂਤ ਕਿਹਨੇ ਦਿੱਤਾ ਹੈ? ਤਾਂ ਬਹੁਤ ਅੱਛੀ ਤਰ੍ਹਾਂ ਤੁਸੀਂ ਜਾਣਦੇ ਹੋ। ਤਾਂ ਥਿਊਰੀ ਆਫ ਆਇਡੈਂਟੀਕਲ ਐਲੀਮੈਂਟਸ ਕਿਹਨੇ ਦਿੱਤਾ? ਤਾਂ ਸਿੱਧਾ ਹੀ ਆਨਸਰ ਇਹਦਾ ਬਣਦਾ ਹੈ ਥੋਰਨਡਾਈਕ ਨੇ ਦਿੱਤਾ ਜੀ। ਕਿਹਨੇ ਦਿੱਤਾ ਜੀ? ਥੋਰਨਡਾਈਕ। ਬਸ ਥਿਊਰੀ ਆਫ ਆਇਡੈਂਟੀਕਲ ਜਿਹੜੀ ਐਲੀਮੈਂਟਸ ਕਿਹਨੇ ਦਿੱਤੀ ਹੈ? ਥੋਰਨਡਾਈਕ। ਨੈਕਸਟ ਕੁਐਸਚਨ ਨੰਬਰ 7। ਕਿਸੇ ਦੇ ਵਿਵਹਾਰ ਵਿੱਚ ਪਰਿਵਰਤਨ ਲਿਆਉਣ ਲਈ, ਕਿਸੇ ਦੇ ਵਿਵਹਾਰ ਵਿੱਚ ਕੀ ਲੈਣਾ ਸੀ? ਪਰਿਵਰਤਨ ਲਿਆਉਣ ਲਈ ਪੁਨਰਬਲ ਦੀ ਚੋਣ ਕਰਕੇ ਉਸ ਦਾ ਉਚਿਤ ਪ੍ਰਯੋਗ ਕਰਨਾ ਤੇ ਵਿਵਹਾਰ ਵਿੱਚ ਪਰਿਵਰਤਨ ਲੈ ਕੇ ਆਉਣਾ ਹੇਠ ਲਿਖੇ ਕਿਸ ਪੱਖ ਨਾਲ ਜੁੜਿਆ ਹੈ ਨਾ। ਤਾਂ ਇਹ ਦੇਖੋ ਜੀ, ਪੁਨਰ ਸਮਾਪਤੀ ਹੈ, ਤੇ ਕਹਿੰਦੇ ਆ ਜੀ ਰੂਪ ਨਿਰਧਾਰਨ ਹੈ, ਜਾਂ ਵਖਰੇਵਾਂਕਰਨ ਹੈ, ਜਾਂ ਸੁਭਾਵਿਕ ਪੁਨਰ ਪ੍ਰਾਪਤੀ ਹੈ। ਇਹਦੇ ਵਿੱਚ ਜਿਹੜਾ ਹੈ ਵਿਵਹਾਰ ਵਿੱਚ ਪਰਿਵਰਤਨ ਲਿਆਉਣਾ, ਉਸ ਲਈ ਤੁਸੀਂ ਕੀ ਕਰੋਗੇ? ਉਹਨੂੰ ਸ਼ੈਂਪਿੰਗ ਕਰੋਗੇ, ਰੂਪ ਨਿਰਧਾਰਨ ਕਰੋਗੇ। ਕੀ ਕਰੋਗੇ ਜੀ? ਰੂਪ ਨਿਰਧਾਰਨ। ਆਨਸਰ ਆਊਗਾ ਸ਼ੈਂਪਿੰਗ। ਠੀਕ ਹੈ ਜੀ, ਰੂਪ ਨਿਰਧਾਰਨ। ਤਾਂ ਕਈ ਵਾਰੀ ਤੁਸੀਂ ਇਸ ਤਰ੍ਹਾਂ ਦੇ ਕੁਐਸਚਨ ਪੜ੍ਹੇ ਹੁੰਦੇ ਆ, ਤਾਂ ਬਹੁਤ ਵਧੀਆ ਲੱਗਦਾ ਕਿ ਜੇ ਤੁਸੀਂ ਇਸ ਦੇ ਆਨਸਰ ਦਿੰਦੇ ਹੋ। ਨੈਕਸਟ ਕੁਐਸਚਨ ਹੈ ਡਿਸੇਬਿਲਿਟੀ ਡੇ ਕਦੋਂ ਮਨਾਇਆ ਜਾਂਦਾ? ਡਿਸੇਬਿਲਿਟੀ ਤੁਹਾਨੂੰ ਪਤਾ ਹੀ ਹੈ, ਅਬਿਲਿਟੀ ਹੁੰਦੀ ਹੈ, ਯੋਗਤਾ। ਡਿਸੇਬਿਲਿਟੀ ਅਯੋਗਤਾ ਮਤਲਬ ਕਿਸੇ ਚੀਜ਼ ਦੀ ਕਮੀ ਕਰਕੇ ਹੈ। ਉਹਨਾਂ ਨੂੰ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ, ਜਾਗਰੂਕ ਕਰਨ ਲਈ ਉਹਨਾਂ ਲਈ ਬਣਾਇਆ ਜਾਂਦਾ ਜੀ। ਇਹ ਮਨਾਇਆ ਜਾਂਦਾ ਹਰ 3 ਦਸੰਬਰ ਨੂੰ। ਡਿਸੇਬਿਲਿਟੀ ਡੇ ਕਦੋਂ ਮਨਾਇਆ ਜਾਂਦਾ ਜੀ? 3 ਦਸੰਬਰ ਨੂੰ। ਠੀਕ ਹੈ ਜੀ। ਨੈਕਸਟ ਕੁਐਸਚਨ ਲੈਂਦੇ ਆਪਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਹੈ ਜੀ ਪਿਆਜੇ ਦੇ ਗਿਆਨਾਤਮਕ ਸਿਧਾਂਤ ਦੇ ਅਨੁਸਾਰ ਉਹ ਪ੍ਰਕਿਰਿਆ ਜਿਸ ਦੇ ਦੁਆਰਾ ਗਿਆਨਾਤਮਕ ਸੰਰਚਨਾ ਨੂੰ ਪਰਿਵਰਤਿਤ ਕੀਤਾ ਜਾਂਦਾ ਹੈ। ਪਰਿਵਰਤਿਤ ਦੀ ਗੱਲ ਸਮਝਣਾ। ਪਰਿਵਰਤਿਤ ਦਾ ਮਤਲਬ ਹੁੰਦਾ ਹੈ ਬਦਲਣਾ, ਹੈ ਨਾ, ਬਦਲਣਾ, ਮੋਡੀਫਾਈ ਕਰਨਾ, ਹੈ ਨਾ। ਅਤੇ ਆਪਣੇ ਕੋਲ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਕੀਮਾਂ ਹੈ, ਜਿਹਦੇ ਵਿੱਚ ਸਾਡਾ ਪ੍ਰੀਵੀਅਸ ਨੌਲੇਜ ਪਈ ਹੁੰਦੀ ਹੈ। ਅਸੀਮੀਲੇਸ਼ਨ ਹੁੰਦਾ ਜਿਹਦੇ ਵਿੱਚ ਨਿਊ ਨੌਲੇਜ ਐਡ ਹੁੰਦੀ ਹੈ। ਅਕਮੋਡੇਸ਼ਨ ਹੈ ਜਿਹਦੇ ਵਿੱਚ ਮੋਡੀਫਾਈ ਹੁੰਦਾ ਹੈ। ਔਰ ਇਕੁਲਿਬਰੇਸ਼ਨ, ਇਹ ਕਿਉਂ ਹੈ? ਇਕੁਲਿਬਰੇਸ਼ਨ ਹੈ, ਇਹਦੇ ਵਿੱਚ ਸੰਤੁਲਨ ਹੁੰਦਾ, ਅਨੁਕੂਲਨ ਹੁੰਦਾ ਹੈ। ਪਿਆਜੇ ਦੇ ਸਿਧਾਂਤ ਵਿੱਚ ਆ 4 ਚੀਜ਼ਾਂ ਇੰਪੋਰਟੈਂਟ ਨੇ, ਚਾਰੇ ਦੀ ਚਾਰਾਂ। ਆਪਣੇ ਕੋਲ ਜਦੋਂ ਵੀ ਗੱਲ ਕਰਦੇ ਆ, ਹੈ ਨਾ ਜੀ, ਜਦੋਂ ਵੀ ਗੱਲ ਕਰਦੇ ਆ, ਹਾਂਜੀ, ਜਦੋਂ ਵੀ ਆਪਣੇ ਕੋਲ ਗੱਲ ਹੋਏਗੀ ਤਾਂ ਤੁਸੀਂ ਆਪਣਾ ਪ੍ਰੀਵੀਅਸ ਨੌਲੇਜ ਕਿੱਥੇ ਪਈ ਹੈ? ਸਕੀਮਾਂ ਦੇ ਵਿੱਚ ਪਈ ਹੈ। ਨਵਾਂ ਨੌਲੇਜ ਐਡ ਕਿੱਥੇ ਹੁੰਦੀ ਹੈ? ਅਸੀਮੀਲੇਸ਼ਨ ਦੇ ਵਿੱਚ ਹੁੰਦੀ ਹੈ। ਔਰ ਮੋਡੀਫਾਈ ਹੁੰਦੀ ਹੈ, ਜਾਂ ਪਰਿਵਰਤਨ ਹੁੰਦਾ, ਜਾਂ ਬਦਲਾਵ ਹੁੰਦਾ, ਜਾਂ ਸੋਧ ਹੁੰਦੀ ਹੈ ਤਾਂ ਅਕਮੋਡੇਸ਼ਨ ਜੀ ਹੁੰਦੀ ਹੈ। ਅਨੁਕੂਲਨ ਹੁੰਦਾ, ਸਮਤੋਲ ਹੁੰਦਾ, ਹੈ ਨਾ, ਸੰਤੁਲਨ ਹੁੰਦਾ ਤਾਂ ਇਕੁਲਿਬਰੇਸ਼ਨ ਸੇ ਹੁੰਦਾ ਹੈ। ਤਾਂ ਆਪਾਂ ਨੂੰ ਉਹਨਾਂ ਨੇ ਕੀ ਕਿਹਾ? ਆਪਾਂ ਨੂੰ ਕਿਹਾ ਉਹਨਾਂ ਨੇ ਪਰਿਵਰਤਿਤ। ਤਾਂ ਪਰਿਵਰਤਿਤ ਹੁੰਦੀ ਹੈ ਜੀ ਅਕਮੋਡੇਸ਼ਨ 'ਚ। ਆਨਸਰ ਆ ਗਿਆ ਅਕਮੋਡੇਸ਼ਨ। ਠੀਕ ਹੈ। ਜੇ ਉਹ ਹੁੰਦੇ ਆ ਨਵੀਂ ਗਿਆਨ ਐਡ ਹੁੰਦਾ ਪੁਰਾਣੇ ਗਿਆਨ 'ਚ ਤਾਂ ਉਹ ਹੋਣਾ ਸੀ ਅਸੀਮੀਲੇਸ਼ਨ। ਜੇ ਉਹ ਕਹਿੰਦੇ ਕਿ ਆਪਣੇ ਕੋਲ ਗਿਆਨ ਪ੍ਰੀਵੀਅਸ ਕਿੱਥੇ ਪੈਂਦਾ ਤਾਂ ਸਕੀਮਾਂ 'ਚ। ਜੇ ਆਪਣੇ ਕੋਲ ਸਮਤੋਲ ਹੋ ਜਾਂਦਾ ਤਾਂ ਆਹ ਵਾਲਾ ਇਕੁਲਿਬਰੇਸ਼ਨ ਹੋਣਾ ਸੀ। ਨੈਕਸਟ ਕੁਐਸਚਨ ਆਪਾਂ ਲੈਂਦੇ ਹਾਂ। ਨੈਕਸਟ ਕੁਐਸਚਨ ਤੁਹਾਡੇ ਸਾਹਮਣੇ, ਪਹਿਲਾਂ ਕੁਐਸਚਨ ਰੀਡ ਕਰਦੇ ਹਾਂ। ਬਹੁ ਬੁੱਧੀ ਸਿਧਾਂਤ ਅਨੁਸਾਰ ਸਾਰੇ ਪ੍ਰਕਾਰ ਦੇ ਪਸ਼ੂ ਹੈ, ਖਣਿਜਾਂ ਅਤੇ ਪੌਦਿਆਂ ਨੂੰ ਪਹਿਚਾਨਣ ਅਤੇ ਵਰਗੀਕ੍ਰਿਤ ਕਰਨ ਦੀ ਯੋਗਤਾ ਡੈਸ਼ ਕਹਿਲਾਉਂਦੀ ਹੈ। ਆਪਾਂ ਕਲਾਸੀਫਿਕੇਸ਼ਨ ਕਰਨੀ ਇਹਨਾਂ ਦੀ। ਤਾਂ ਜਿਹੜੀ ਕਿਹਨਾਂ ਦੀ ਕਲਾਸੀਫਿਕੇਸ਼ਨ ਕਰਨੀ ਹੈ ਆਪਾਂ? ਇਹਨਾਂ ਦੀ ਕਲਾਸੀਫਿਕੇਸ਼ਨ ਕਰਨੀ ਹੈ ਬਹੁਬੁੱਧੀ ਸਿਧਾਂਤ ਵਿੱਚ। ਜਿਹੜੀ ਹੈ ਕਲਾਸੀਫਿਕੇਸ਼ਨ ਹੈ ਸਾਰੇ ਪ੍ਰਕਾਰ ਦੇ ਪਸ਼ੂ ਹੈ, ਖਣਿਜਾਂ, ਪੌਦਿਆਂ, ਇਹਨਾਂ ਦੀ ਪਛਾਣ ਲਈ ਜਿਹੜੀ ਬਹੁਬੁੱਧੀ ਦੇ ਵਿੱਚ ਕੀ ਚੀਜ਼ ਕੰਮ ਕਰੇਗੀ, ਹੈ ਨਾ ਜੀ। ਇਹਦੇ ਵਿੱਚ ਕਿਹੜੀ ਬੁੱਧੀ ਹੁੰਦੀ ਹੈ ਬਹੁਬੁੱਧੀ ਦੇ ਵਿੱਚ? ਤਾਂ ਇਹਦੇ ਵਿੱਚ ਹੁੰਦੀ ਹੈ ਪ੍ਰਤੀਤਕ, ਠੀਕ ਹੈ, ਪ੍ਰਾਕ੍ਰਿਤਿਕ ਬੁੱਧੀ ਹੁੰਦੀ ਹੈ। ਠੀਕ ਹੈ, ਪ੍ਰਤੀਤਿਕ ਬੁੱਧੀ ਜਿਹੜੀ ਹੁੰਦੀ ਹੈ, ਠੀਕ ਹੈ, ਜਿਹਦੇ ਵਿੱਚ ਕਲਾਸੀਫਿਕੇਸ਼ਨ ਹੁੰਦੀ ਹੈ। ਠੀਕ ਹੈ,
ਕਲਾਸੀਫਿਕੇਸ਼ਨ ਇਹਦੇ ਵਿੱਚ ਹੁੰਦੀ, ਜਿਹਦੇ ਵਿੱਚ ਪਸ਼ੂਆਂ ਦੀ ਪਹਿਚਾਣ ਹੁੰਦੀ ਹੈ ਨਾ, ਜਾਂ ਕੋਈ ਖਣਿਜ ਪਦਾਰਥ ਹੈ ਜਾਂ ਕੋਈ ਹੋਰ ਹੈ ਤਾਂ ਉਹਨਾਂ ਦੀ ਹੁੰਦੀ ਹੈ। ਨੈਕਸਟ ਗੱਲ ਕਰਦੇ ਹਾਂ ਜੀ। ਨੈਕਸਟ ਕੁਐਸਚਨ ਤੁਹਾਡੇ ਕੋਲ ਹੈ ਜੀ, ਨੈਕਸਟ ਕੁਐਸਚਨ ਤਾਂ ਨੈਕਸਟ ਕੁਐਸਚਨ ਹੈ, ਜੇਕਰ ਇੱਕ ਵਿਦਿਆਰਥੀ ਕੋਈ ਪ੍ਰਸ਼ਨ ਪੁੱਛਦਾ ਹੈ ਜਿਸ ਦਾ ਅਤਕਮ ਕੱਖ ਤੁਹਾਡੇ ਕੋਲ ਨਹੀਂ ਹੈ, ਤੁਸੀਂ ਕੀ ਕਰੋਗੇ? ਤੁਹਾਡੇ ਕੋਲ ਉਹਦਾ ਮਤਲਬ ਆਨਸਰ ਨਹੀਂ ਹੈ, ਠੀਕ ਹੈ, ਤੁਸੀਂ ਕੀ ਕਰੋਗੇ ਜੇ ਕਿਸੇ ਨੇ ਕੁਐਸਚਨ ਪੁੱਛਿਆ? ਤਾਂ ਤੁਸੀਂ ਬੱਚੇ ਨੂੰ ਕਹੋਗੇ ਇਹ ਪ੍ਰਸ਼ਨ ਹੀ ਵਿਅਰਥ ਹੈ, ਵੀ ਤੂੰ ਜੋ ਪੁੱਛਿਆ ਉਹਦਾ ਕੋਈ ਮਤਲਬ ਹੀ ਨਹੀਂ ਯਾਰ, ਐਵੇਂ ਤੂੰ ਪੁੱਛੀ ਹੈ ਨਾ। ਟਾਲਣ ਦੀ ਕੋਸ਼ਿਸ਼ ਕਰੋਗੇ, ਟਾਲ ਮਟੋਲ ਕਰੋਗੇ, ਜਾਂ ਪ੍ਰਸ਼ਨ ਦਾ ਜਵਾਬ ਲੱਭੋਗੇ ਤੇ ਅਗਲੇ ਦਿਨ ਉਸ ਨੂੰ ਦੱਸੋਗੇ, ਜਾਂ ਬੱਚੇ ਨੂੰ ਟੋਪਿਕ ਤੋਂ ਅਲੱਗ ਪ੍ਰਸ਼ਨ ਬੱਚੇ ਨੂੰ ਟੋਪਿਕ ਤੋਂ ਅਲੱਗ ਪ੍ਰਸ਼ਨ ਕਰਕੇ ਹੀ ਉਸ ਨੂੰ ਡਾਂਟੋਗੇ ਜਾਂ ਰੋਕੋਗੇ, ਹੈ ਨਾ। ਤਾਂ ਉਹਦਾ ਆਨਸਰ ਹੈ ਜੀ ਨਹੀਂ। ਬੱਚੇ ਨੇ ਜੇ ਕੋਈ ਕੁਐਸਚਨ ਕੀਤਾ, ਜੇ ਤੁਹਾਨੂੰ ਉਹਦੇ ਬਾਰੇ ਨਹੀਂ ਪਤਾ ਤਾਂ ਤੁਸੀਂ ਕੀ ਕਰੋਗੇ ਜੀ? ਪ੍ਰਸ਼ਨ ਦਾ ਆਨਸਰ ਲੱਭੋਗੇ ਤਾਂ ਉਹਨੂੰ ਕਹੋਗੇ ਮੈਂ ਅਗਲੇ ਦਿਨ ਦੱਸੂਗਾ, ਹੈ ਨਾ। ਬੱਚੇ ਜਿਗਿਆਸੂ ਹੁੰਦੇ ਆ, ਕਿਉਰਿਓਸਿਟੀ ਹੁੰਦੀ ਬੱਚਿਆਂ 'ਚ, ਆਪਾਂ ਉਹਨੂੰ ਦੱਸਣਾ ਹੈ ਨਾ। ਤਾਂ ਨਹੀਂ ਪਤਾ ਤਾਂ ਗਲਤ ਨਹੀਂ ਦੱਸੋਗੇ, ਕਈ ਵਾਰ ਕੁਐਸਚਨ ਦਾ ਕਿ ਉਹਨੂੰ ਗਲਤ ਦੱਸ ਦੋਗੇ, ਹੈ ਨਾ, ਜਾਂ ਆਪਦੇ ਕੋਲ ਆਨਸਰ ਬਣਾ ਕੇ ਦੱਸ ਦੋਗੇ, ਜਾਂ ਟਾਲ ਦੋਗੇ, ਜਾਂ ਉਹਨੂੰ ਕਹੋਗੇ, ਜਾਂ ਉਹਨੂੰ ਡਾਂਟੋਗੇ, ਹੈ ਨਾ, ਜਾਂ ਉਹਨੂੰ ਕਹੋਗੇ ਤੈਨੂੰ ਜ਼ਿਆਦਾ ਪਤਾ ਹੈ ਨਾ। ਇਸ ਤਰ੍ਹਾਂ ਦੀ ਗੱਲ ਨਹੀਂ, ਉਹਨੂੰ ਕਹਾਂਗੇ ਬੇਟਾ ਇਹਦੇ ਬਾਰੇ ਮੈਂ ਤੁਹਾਨੂੰ ਕੱਲ ਦੱਸੂਗਾ, ਹੈ ਨਾ। ਨੈਕਸਟ ਕੁਐਸਚਨ, ਕੁਐਸਚਨ ਨੰਬਰ 12 ਨੂੰ ਲੈਂਦੇ ਹਾਂ, ਸੌਰੀ 11 ਵੀ ਰਹਿੰਦਾ ਸੀ, 11 ਨੂੰ ਲੈਂਦੇ ਹਾਂ, ਆ ਹੋ ਗਿਆ, ਹਾਂ। ਨੈਕਸਟ ਹੈ 12 ਸਿੱਖਣ ਦੇ ਅੰਤਰਦ੍ਰਿਸ਼ਟੀ ਸਿਧਾਂਤ ਨੂੰ ਕਿਸਨੇ ਵਧਾਵਾ ਦਿੱਤਾ ਹੈ? ਇੰਪੋਰਟੈਂਟ। ਤਾਂ ਸਿੱਖਣ ਦਾ ਅੰਤਰਦ੍ਰਿਸ਼ਟੀ, ਠੀਕ ਹੈ, ਇਨਸਾਈਟ ਥਿਊਰੀ ਕਿਹਨੇ ਦਿੱਤੀ ਹੈ? ਗੈਸਟਾਲਟ ਨੇ ਦਿੱਤੀ ਹੈ। ਸਿਧਾਂਤਵੰਤੀ ਹੈ ਗੈਸਟਾਲਟ ਦੀ ਹੈ। ਕੋਲਰ ਕੋਫਕਾ ਤੇ ਵਰਦੀਮਨ ਇਹ ਇਨਸਾਈਟ ਥਿਊਰੀ ਨਾਲ ਜੁੜੇ ਹੈ। ਕੋਲਰ ਕੋਫਕਾ ਤੇ ਗੈਸਟਾਲਟ ਇਹ ਤਿੰਨੋਂ ਜੁੜੇ ਹੈ। ਤਾਂ ਆਪਣੇ ਕੋਲ ਅੰਤਰਦ੍ਰਿਸ਼ਟੀ ਦੀ ਜਿਹੜੀ ਦਿੱਤੀ ਹੈ ਜੀ ਗੈਸਟਾਲਟ ਨੇ ਦਿੱਤੀ ਹੈ। ਵਿਕਾਸ ਕਦੇ ਨਾ ਸਮਾਪਤ ਹੋਣ ਵਾਲੀ ਪ੍ਰਕਿਰਿਆ ਹੈ, ਇਹ ਵਿਚਾਰ ਕਿਸ ਨਾਲ ਸੰਬੰਧਿਤ ਹੈ? ਕਿਸ ਨਾਲ ਸੰਬੰਧਿਤ ਹੈ ਕਿ ਵਿਚਾਰ ਕਦੇ ਨਹੀਂ ਸਮਾਪਤ ਹੁੰਦਾ? ਆਪਾਂ ਜਦੋਂ ਵਿਕਾਸ ਹੈ ਕਦੇ ਨਹੀਂ ਸਮਾਪਤ ਹੁੰਦਾ। ਆਪਣੇ ਕੋਲ ਕੀ ਹੈ? ਵਿਕਾਸ ਜਿਹੜਾ ਹੈ ਕਦੇ ਨਹੀਂ ਸਮਾਪਤ ਹੁੰਦਾ। ਕੀ ਇਹ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੈ ਜੀ? ਜਨਮ ਭਰ ਚੱਲਣ ਵਾਲੀ ਹੈ, ਕੰਟੀਨਿਊ ਪ੍ਰੋਸੈਸ ਹੈ, ਲਾਈਫ ਟਾਈਮ ਪ੍ਰੋਸੈਸ ਹੈ, ਠੀਕ ਹੈ। ਇਹ ਗਰਭ ਤੋਂ ਲੈ ਕੇ ਮੌਤ ਤੱਕ ਚੱਲਦਾ ਹੈ ਨਾ ਵਿਕਾਸ, ਤਾਂ ਕਦੇ ਨਾ ਸਮਾਪਤ ਹੋਣ ਲੱਗੇ। ਇਹਦੇ ਵਿੱਚ ਕਿਹੜੀ ਚੀਜ਼ ਇਸ ਨੂੰ ਫੋਲੋ ਕਰੇਗੀ, ਠੀਕ ਹੈ। ਤਾਂ ਆਪਾਂ ਨੂੰ ਪਤਾ ਹੀ ਹੈ ਕੰਟੀਨਿਊ ਪ੍ਰੋਸੈਸ ਹੋਣਾ ਚਾਹੀਦਾ। ਤਾਂ ਦੇਖੋ ਏਕੀਕਰਨ ਦਾ ਸਿਧਾਂਤ ਹੋਊਗਾ, ਜਾਂ ਅੰਤਰਕਿਰਿਆ ਦਾ ਸਿਧਾਂਤ ਹੋਊਗਾ, ਜਾਂ ਅੰਤਰ ਸੰਬੰਧ ਦਾ ਸਿਧਾਂਤ ਹੋਊਗਾ, ਨਿਰੰਤਰਤਾ ਦਾ ਸਿਧਾਂਤ ਹੋਊਗਾ? ਬਿਲਕੁਲ ਨਿਰੰਤਰਤਾ ਦਾ ਸਿਧਾਂਤ ਹੋਊਗਾ, ਕੰਟੀਨਿਊ ਪ੍ਰੋਸੈਸ ਹੈ, ਠੀਕ ਹੈ। ਨੈਕਸਟ ਕੁਐਸਚਨ ਪੜ੍ਹਦੇ ਹਾਂ। ਪਿਆਜੇ ਦੇ ਅਨੁਸਾਰ ਬੱਚਾ ਮੂਰਤ ਚਿੰਤਨ, ਅਮੂਰਤ ਹੈ, ਐਬਸਟਰੈਕਟ ਥਿੰਕਿੰਗ ਦੀ ਗੱਲ ਕਰ ਰਹੇ ਹਾਂ, ਕਰਨਾ ਆਰੰਭ ਕਿਹੜੀ ਅਵਸਥਾ ਵਿੱਚ ਕਰਦਾ ਹੈ? ਪਹਿਲਾਂ ਤਾਂ ਆਪਾਂ ਚਾਰੇ ਆਪਸ਼ਨਾਂ ਜਿਹੜੀਆਂ ਹੈ ਉਹਦੀਆਂ ਚਾਰੇ ਸਟੇਜਾਂ ਦੀ ਗੱਲ ਹੋ ਰਹੀ ਹੈ। ਸੈਂਸਰੀ ਮੋਟਰ ਹੈ, ਪ੍ਰੀ ਆਪਰੇਸ਼ਨਲ ਹੈ, ਫਾਰਮਲ ਆਪਰੇਸ਼ਨਲ ਹੈ ਨਾ, ਤੇ ਕੰਕਰੀਟ ਆਪਰੇਸ਼ਨਲ ਹੈ। ਤਾਂ ਆਪਣੇ ਕੋਲ ਇੱਥੇ 18 ਪਲੱਸ ਹੈ ਇਹ, ਮਤਲਬ ਠੀਕ ਹੈ ਜੀ, 15 ਪਲੱਸ ਹੋ ਜਾਂਦਾ ਵੈਸੇ, 18 ਪਲੱਸ ਹੈ, ਮਤਲਬ 11 ਤੋਂ 15 ਇਹ 11 ਪਲੱਸ ਹੈ। ਤਾਂ ਆਪਣੇ ਕੋਲ ਗੱਲ ਕਰਦੇ ਹਾਂ ਕਿ ਸੈਂਸਰੀ ਮੋਟਰ ਦੇ ਵਿੱਚ ਬੱਚਾ ਤਾਂ ਸੈਂਸ ਨਾਲ ਸਿੱਖਦਾ ਸੀ। ਪ੍ਰੀ ਆਪਰੇਸ਼ਨਲ ਦੇ ਵਿੱਚ ਬੱਚੇ ਕੋਲ ਭਾਸ਼ਾ ਹੁੰਦੀ ਹੈ ਪਰ ਲੌਜਿਕ ਨਹੀਂ ਹੁੰਦੇ। ਕੌਨਕਰੈਂਟ ਦੇ ਵਿੱਚ ਲੌਜਿਕ ਆ ਜਾਂਦੇ ਆ ਪਰ ਐਬਸਟਰੈਕਟ ਥਿੰਕਿੰਗ ਕਿਹਦੇ 'ਚ ਆਉਂਦੀ ਹੈ, ਜਾਂ ਅਮੂਰਤ ਪੱਧਰ ਜਿਹੜਾ ਹੈ ਕਿੱਥੇ ਚਿੰਤਨ ਹੁੰਦਾ ਹੈ? ਤਾਂ ਉਹ ਹੁੰਦਾ ਫੋਰਮਲ 'ਚ, ਲਾਸਟ ਵਾਲੀ ਸਟੇਜ 'ਚ ਬੱਚਾ ਅਮੂਰਤ ਚਿੰਤਨ ਕਰਦਾ ਹੈ, ਐਬਸਟਰੈਕਟ ਥਿੰਕਿੰਗ ਕਰਦਾ ਹੈ, ਪ੍ਰੋਬਲਮ ਸੋਲਵਿੰਗ ਕਰਦਾ ਹੈ, ਠੀਕ ਹੈ। ਤਾਂ ਪ੍ਰੋਬਲਮ ਸੋਲਵਿੰਗ ਹੋਵੇ ਤਾਂ ਵੀ ਆਹ ਹੈ, ਔਰ ਐਬਸਟਰੈਕਟ ਥਿੰਕਿੰਗ ਅਮੂਰਤ ਪੱਧਰ 'ਤੇ ਚਿੰਤਨ ਕਰਦਾ ਤਾਂ ਵੀ ਫੋਰਮਲ ਹੈ। ਤਾਂ ਆਨਸਰ ਇਹਦਾ ਹੈ ਈਡੀ ਫੋਰਮਲ। ਨੈਕਸਟ ਸਿੱਖਣ ਅਨੁਭਵ, ਗੱਲ ਚੱਲੀਏ ਜੀ ਸਿੱਖਣ ਅਨੁਭਵ ਦੁਆਰਾ ਵਿਵਹਾਰ ਦੀ ਸੋਧ ਹੈ, ਇਹ ਕਥਨ ਕਿਸ ਦਾ ਹੈ? ਇੰਪੋਰਟੈਂਟ ਗੱਲ ਹੈ। ਮਤਲਬ ਸਿੱਖਣ ਵਿਵਹਾਰ ਵਿੱਚ ਕੀ ਲਿਆਂਦਾ? ਪਰਿਵਰਤਨ ਲਿਆਂਦਾ ਹੈ। ਸੋਧ ਨੂੰ ਕਈ ਵਾਰੀ ਪਰਿਵਰਤਨ ਵੀ ਲਿਆ ਜਾਂਦਾ ਜੋ ਅਨੁਭਵ ਦੁਆਰਾ ਆਉਂਦਾ। ਇਹ ਪੂਰੀ ਇਹਦੀ ਗੱਲ ਹੈ ਵੈਸੇ ਕਿ ਸਿੱਖਣ ਵਿਵਹਾਰ ਵਿੱਚ ਪਰਿਵਰਤਨ ਲਿਆਂਦਾ ਹੈ ਜੋ ਅਨੁਭਵ ਦੁਆਰਾ ਆਉਂਦਾ। ਇਹ ਗੱਲ ਕਹਿੰਦੇ ਆ ਗੇਟਸ ਕਹਿੰਦਾ, ਠੀਕ ਹੈ। ਸਿੱਖਣ ਅਨੁਭਵ ਦੁਆਰਾ ਵਿਵਹਾਰ ਵਿੱਚ ਸੋਧ ਹੈ, ਇਹ ਗੱਲ ਕਿਹਨੇ ਕਹੀ ਹੈ? ਸਾਨੂੰ ਗੇਟਸ ਨੇ ਦੱਸੀ ਹੈ। ਗੇਟਸ ਇਸ ਬਾਰੇ ਗੱਲ ਕਰਦਾ ਹੈ, ਠੀਕ ਹੈ ਜੀ, ਗੇਟਸ। ਨੈਕਸਟ ਆਂਸ਼ਿਕ ਪੁਨਰਬਲ, ਪਾਰਟੀਸ਼ੀਅਲ ਰੀਇਨਫੋਰਸਮੈਂਟਸ ਜਿਹੜੀ ਹੈ ਉਹਦੇ ਬਾਰੇ ਆਪਾਂ ਕੀ ਖਿਆਲ ਹੈ ਤੁਹਾਡਾ? ਤਾਂ ਉਹ ਹੈ ਕਿ
ਪਸ਼ੂਆਂ ਨੂੰ ਸਿਖਾਉਣ ਲਈ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ, ਨਿਰੰਤਰ ਪੁਨਰਵਰਤ ਦੀ ਬਜਾਏ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ, ਨਿਰੰਤਰ ਪੁਨਰਵਰਤ ਦੀ ਬਜਾਏ ਘੱਟ ਪ੍ਰਭਾਵਸ਼ਾਲੀ ਹੁੰਦੀ ਹੈ, ਹੋਰਨਾਂ ਜਮਾਤਾਂ ਵਿੱਚ ਪ੍ਰਯੋਗ ਨਹੀਂ ਕੀਤਾ ਜਾ ਸਕਦਾ, ਸੌਰੀ ਰੋਜ਼ਾਨਾ। ਤਾਂ ਇਹ ਜਿਹੜੇ ਹੈ ਨਾ, ਜਿਹੜਾ ਹੈ ਅੰਸ਼ਿਕ ਰੂਪ ਵਿੱਚ ਪੁਨਰਵਰਤ, ਇਹ ਬਹੁਤ ਵਧੀਆ ਹੁੰਦੀ ਹੈ, ਜ਼ਿਆਦਾ ਇਫੈਕਟਿਵ ਹੁੰਦੀ ਹੈ। ਤਾਂ ਇਹਦਾ ਆਨਸਰ ਆਊਗਾ ਜੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਠੀਕ ਹੈ ਜੀ, ਇਹ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਆਪਣੇ ਕੋਲ ਜਿਹੜੀ ਹੈ ਆਪਣੇ ਕੋਲ ਪਾਰਟੀਸ਼ਨਲ ਰੀਫੋਰਸਮੈਂਟਸ, ਉਹਦੀ ਗੱਲ ਕਰ ਰਹੇ ਹਾਂ ਆਪਾਂ, ਤਾਂ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਠੀਕ ਹੈ, ਨੈਕਸਟ ਕੁਐਸਚਨ ਆਪਾਂ ਲੈਂਦੇ ਹਾਂ। ਨੈਕਸਟ ਕੁਐਸਚਨ ਤੁਹਾਡੇ ਕੋਲ ਜਿਹੜਾ ਹੈ ਜੀ, ਹਾਂਜੀ ਨੈਕਸਟ ਕੁਐਸਚਨ ਹੈ, ਹੇਠਾਂ ਲਿਖਿਆਂ ਵਿੱਚੋਂ ਇੱਕ ਫਾਈਨ ਮੋਟਰ ਸਕਿੱਲ ਦੀ ਉਦਾਹਰਨ ਹੈ। ਫਾਈਨ ਮੋਟਰ ਸਕਿੱਲ, ਪਹਿਲੀ ਗੱਲ ਨਾ, ਫਾਈਨ ਮੋਟਰ ਸਕਿੱਲ ਇੱਕ ਗਰੋਸ ਮੋਟਰ ਸਕਿੱਲ ਹੁੰਦੀ ਹੈ, ਇੱਕ ਫਾਈਨ ਮੋਟਰ ਸਕਿੱਲ ਹੁੰਦੀ ਹੈ। ਠੀਕ ਹੈ, ਫਾਈਨ ਮੋਟਰ ਸਕਿੱਲ ਅਤੇ ਗਰੋਸ ਮੋਟਰ ਸਕਿੱਲ ਦੇ ਵਿੱਚ ਫਰਕ ਕੀ ਹੈ? ਗਰੋਸ ਮੋਟਰ ਸਕਿੱਲ ਹੁੰਦਾ ਹੈ ਕਿ ਆਪਣੇ ਅੰਗਾਂ ਦਾ ਵੱਧ ਜਾਣਾ, ਹੈ ਨਾ, ਔਰ ਉਹਦੇ ਵਿੱਚ ਅਸੀਂ ਵੱਡੇ ਜਿਹੜੀਆਂ ਹੱਡੀਆਂ ਵੱਧਦੀਆਂ, ਉਹ ਤਾਂ ਆਪਣੇ ਕੋਲ ਗਰੋਸ ਮੋਟਰ ਸਕਿੱਲ ਹੁੰਦੀ ਹੈ। ਅਤੇ ਫਾਈਨ ਮੋਟਰ ਸਕਿੱਲ ਦੀਆਂ ਛੋਟੀਆਂ ਹੱਡੀਆਂ ਦਾ ਵੱਧਣਾ। ਫਾਈਨ ਮੋਟਰ ਸਕਿੱਲ ਦੇ ਵਿੱਚ ਅਸੀਂ ਕੀ ਕਰਦੇ ਹਾਂ, ਰਨਿੰਗ ਕਰਨਾ, ਮਤਲਬ ਜੰਪਿੰਗ ਕਰਨਾ, ਰਨਿੰਗ ਕਰਨਾ, ਵੋਕਿੰਗ ਕਰਨਾ, ਹੈ ਨਾ, ਭੱਜਣਾ, ਦੌੜਨਾ, ਇਹ ਸਾਰਾ ਜਿਹੜਾ ਹੈ ਗਰੋਸ ਮੋਟਰ 'ਚ ਹੈ। ਪਰ ਜਿਹੜਾ ਹੈ ਪੇਂਟਿੰਗ, ਡਰਾਇੰਗ, ਹੈ ਨਾ, ਔਰ ਰਾਈਟਿੰਗ, ਇਹ ਹੁੰਦਾ ਹੈ ਫਾਈਨ ਮੋਟਰ 'ਚ। ਅਤੇ ਕੁਐਸਚਨ ਆ ਵੀ ਸਕਦਾ ਜਿਹੜਾ ਤੁਹਾਨੂੰ ਪੁੱਛਿਆ ਜਾ ਸਕਦਾ, ਤਾਂ ਫਾਈਨ ਮੋਟਰ ਸਕਿੱਲ ਦੀ ਉਦਾਹਰਨ ਕੀ ਹੈ ਜੀ? ਉਹਦਾ ਆਨਸਰ ਹੈ ਲਿਖਣਾ। ਤਾਂ ਫਿਰ ਦੌੜਨਾ, ਉਛਲਣਾ, ਜੰਪਿੰਗ, ਰਨਿੰਗ, ਹੈ ਨਾ, ਔਰ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਚੜ੍ਹਨਾ, ਉਛਲਣਾ, ਦੌੜਨਾ, ਇਹ ਕਿਹਦੀ ਉਦਾਹਰਨ ਹੈ? ਇਹ ਹੈ ਗਰੋਸ ਮੋਟਰ ਸਕਿੱਲ ਦੀ। ਲਿਖਣਾ ਕਿਹਦੀ ਹੈ? ਫਾਈਨ ਮੋਟਰ ਸਕਿੱਲ ਦੀ। ਤਾਂ ਫਾਈਨ ਮੋਟਰ ਸਕਿੱਲ ਦੀ ਉਦਾਹਰਨ ਪੁੱਛਿਆ ਜਾਵੇ ਤਾਂ ਤੁਸੀਂ ਬਿਲਕੁਲ ਆਨਸਰ ਲਗਾਓਗੇ ਲਿਖਣਾ, ਫਾਈਨ ਮੋਟਰ ਲਿਖਣਾ ਹੈ। ਠੀਕ ਹੈ ਜੀ, ਗਰੋਸ ਮੋਟਰ ਦੇ ਵਿੱਚ ਕੀ ਹੈ? ਚੱਲਣਾ, ਦੌੜਨਾ, ਭੱਜਣਾ, ਉਛਲਣਾ, ਹੈ ਨਾ, ਇਹ ਉਹਦੀ ਹੈ। ਡਰਾਇੰਗ ਕਰਨਾ, ਲਿਖਣਾ, ਪੇਂਟਿੰਗ ਕਰਨਾ, ਇਹ ਫਾਈਨ ਮੋਟਰਸ ਦੀ ਹੈ। ਮਤਲਬ ਹੱਥ ਦੀ ਕਲਾ, ਹੱਥ ਦਾ ਸਕਿੱਲ, ਸਕਿੱਲ ਕੀ ਹੈ? ਉਹੀ ਫਾਈਨ ਮੋਟਰ ਹੈ। ਕੁਐਸਚਨ ਨੂੰ ਸਮਝਣਾ, ਫਾਈਨ ਮੋਟਰ ਕੀ ਹੈ? ਤੁਹਾਡੀ ਸਕਿੱਲ, ਹੈ ਨਾ। ਫਾਈਨ ਮੋਟਰ ਸਕਿੱਲ ਕੀ ਹੈ? ਤੁਹਾਡੀ ਸਕਿੱਲ, ਤੁਹਾਡਾ ਕੌਸ਼ਲ, ਮਤਲਬ ਤੁਸੀਂ ਕੰਮ ਕੀ ਕਰ ਰਹੇ ਹੋ, ਹੱਥਾਂ ਨਾਲ ਜੋ ਕੰਮ ਕਰ ਰਹੇ ਹੋ ਨਾ, ਉਹ ਹੈ। ਭੱਜਣਾ, ਦੌੜਨਾ, ਉਹ ਤਾਂ ਗਰੋਸ ਹੈ। ਨੈਕਸਟ ਇੱਕ ਆਪਣੇ ਕੋਲ ਹੈ ਜੀ ਕੁਐਸਚਨ ਜੀ, ਇੱਕ 16 ਸਾਲ ਦਾ ਬੱਚਾ ਬੁੱਧੀ ਜਿਹੜੇ ਪ੍ਰੀਖਣ ਦਾ 75 ਅੰਕ ਪ੍ਰਾਪਤ ਕਰਦਾ ਹੈ। ਠੀਕ ਹੈ, ਅਤੇ ਉਹਦੀ ਮਾਨਸਿਕ ਉਮਰ ਡੈਸ਼ ਸਾਲ ਹੋਵੇਗੀ। ਠੀਕ ਹੈ ਜੀ, ਉਹਦੀ ਮਾਨਸਿਕ ਉਮਰ ਡੈਸ਼ ਸਾਲ ਹੋਵੇਗੀ। ਹਾਂਜੀ, ਅਤੇ ਆਪਣੇ ਕੋਲ ਦੇਖੋ ਥੋੜ੍ਹਾ ਜਿਹਾ ਮੈਥ ਦਾ ਇਹ 'ਚ ਫਾਰਮੂਲਾ ਲਗਾਉਣਾ ਪੈਂਦਾ। ਆਪਣੇ ਕੋਲ ਸਮਝੋ, ਇੱਕ 16 ਸਾਲ ਦਾ ਬੱਚਾ ਹੈ, ਉਹਦਾ ਜਿਹੜਾ ਬੁੱਧੀ ਅੰਕ ਕਿੰਨਾ ਹੈ ਜੀ? 75 ਹੈ। ਤਾਂ ਉਹਦੀ ਮਾਨਸਿਕ ਉਮਰ ਪਤਾ ਕਰਨੀ ਹੈ। ਇਹਦੇ ਲਈ ਮੈਂ ਇੱਕ ਫਾਰਮੂਲਾ ਤੁਹਾਡੇ ਸਾਹਮਣੇ ਰੱਖ ਰਿਹਾ, ਥੋੜ੍ਹਾ ਧਿਆਨ ਦੇਣਾ। ਇਹ ਤੁਹਾਨੂੰ ਫਾਰਮੂਲਾ ਜਿਹੜਾ ਬਹੁਤ ਕੰਮ ਆਏਗਾ ਜੇ ਉੱਥੇ ਆ ਗਿਆ ਤਾਂ। ਇੱਕ ਹੈ ਜੀ IQ ਦਾ ਫਾਰਮੂਲਾ। IQ ਦਾ ਫਾਰਮੂਲਾ ਕੀ ਹੁੰਦਾ ਜੀ? ਮੈਂਟਲ ਏਜ ਬਟਾ ਕ੍ਰੋਨਿਕਲੀ ਏਜ, ਮਤਲਬ ਫਿਜ਼ੀਕਲ ਏਜ ਗੁਣਾ 100। ਠੀਕ ਹੈ ਜੀ, ਇਹਦੇ ਵਿੱਚ ਆਪਾਂ ਵੈਲਿਊ ਪੁੱਟ ਕਰ ਦਾਂਗੇ। ਆਪਣੇ ਕੋਲ ਕਿੰਨਾ ਹੈ ਜੀ? IQ ਦਾ 75 ਹੈ, ਆਪਾਂ 75 ਲਿਖ ਦਾਂਗੇ, ਬਰਾਬਰ M ਆਪਾਂ ਪਤਾ ਨਹੀਂ ਹੈ, M ਆਪਾਂ ਪਤਾ ਕਰਨੀ ਹੈ ਮਾਨਸਿਕ ਉਮਰ, ਬਟਾ ਆਪਾਂ ਨੂੰ 16 ਇਹ ਪਤਾ ਹੈ, ਗੁਣਾ 100 ਆਪਾਂ ਉਵੇਂ ਲਿਖ ਦਾਂਗੇ। ਮੈਥਾਮੈਟਿਕਸ ਦੇ ਵਿੱਚ ਦੇ ਅਕੋਰਡਿੰਗ ਇਕੁਅਲ ਟੂ ਤੋਂ ਬਾਅਦ ਜਦੋਂ ਆਪਾਂ ਇੱਧਰ ਨੂੰ ਲੈ ਕੇ ਆਵਾਂਗੇ ਸਮਾਨ, ਤਾਂ ਉਹ ਕੀ ਹੋ ਜਾਏਗਾ ਜੀ? ਪਲਟ ਜਾਂਦਾ। ਠੀਕ ਹੈ, ਤਾਂ ਇਸ ਨੂੰ ਤੁਸੀਂ ਇਸ ਤਰ੍ਹਾਂ ਰੱਖੋਗੇ, ਜਿਹੜੀ M ਹੈ ਉਹਨੂੰ ਉੱਧਰ ਰਹਿਣ ਦਿਓਗੇ, ਬਾਕੀ ਚੀਜ਼ ਪਲਟਾ ਕੇ ਆ ਜਾਊਗੀ, ਹੈ ਨਾ ਜੀ। ਕਰਦੇ ਹਾਂ ਆਪਾਂ 75 ਇੱਥੇ ਹੈ, ਉੱਤੇ 16 ਚਲੇ ਜਾਏਗਾ ਕਿਉਂਕਿ ਇਕੁਅਲ ਟੂ ਤੋਂ ਬਾਅਦ ਪਲਟ ਜਾਏਗਾ, ਇੱਧਰ 16 ਆ ਜਾਏਗਾ, ਗੁਣਾ 16, M ਉੱਧਰ ਹੀ ਰਹਿ ਜਾਏਗੀ ਕਿਉਂਕਿ M ਦਾ ਪਤਾ ਕਰਨਾ ਹੈ। 100 ਹੈ, ਨੀਚੇ ਆ ਜਾਏਗਾ, 100 ਉਵੇਂ ਨੀਚੇ ਆ ਜਾਏਗਾ। ਠੀਕ ਹੈ ਜੀ, ਅਤੇ ਆਪਣੇ ਕੋਲ ਕਿਉਂਕਿ 100 ਉੱਪਰ ਸੀ ਉਹ ਨੀਚੇ ਆ ਗਿਆ, 16 ਨੀਚੇ ਸੀ ਉੱਪਰ ਚਲਾ ਗਿਆ, ਗੁਣਾ ਨਾਲ ਲਿਖ ਕੇ। ਆਪਣੇ ਕੋਲ ਹੈਗਾ ਜੀ 25 ਏਕਮ 25, 25 ਤੀਆ 75, 25 ਚੌਕਾ 100, ਨੀਚੇ 4 ਆ ਗਿਆ, 4 ਏਕਮ 4, ਚੌਕਮ ਚੌਕੀ 16, 4 ਤੀਏ 12, ਇਹਨੂੰ ਗੁਣਾ ਦਾ ਨਿਸ਼ਾਨ ਵਿੱਚ ਪਿਆ ਸੀ, 4 ਤੀਏ 12, ਤਾਂ M 12 ਆ ਗਿਆ ਜੀ। M ਕਿੰਨਾ ਆ ਗਿਆ? 12। ਤਾਂ ਮੈਂਟਲ ਏਜ ਕਿੰਨੀ ਹੈ? 12। ਇਸ ਫਾਰਮੂਲੇ ਨੂੰ ਸਮਝਣਾ, ਇਸ ਫਾਰਮੂਲੇ ਦੇ ਵਿੱਚ ਹੀ ਵੈਲਿਊ ਭਰਨੀ ਹੈ। ਕਈ ਵਾਰ ਪੁੱਛ ਲੈਂਦੇ ਕਿੰਨਾ IQ ਦਾ ਫਾਰਮੂਲਾ ਕੀ ਹੁੰਦਾ ਹੈ? IQ ਫਾਰਮੂਲਾ ਦਾ ਮੈਂਟਲ ਏਜ ਅਪੋਨ ਕ੍ਰੋਨਿਕਲੀ ਏਜ ਇੰਟੂ 100। ਠੀਕ ਹੈ ਜੀ, ਤਾਂ ਆਨਸਰ ਇਹਦਾ 12 ਹੋ ਜਾਏਗਾ।
क्वेश्चन नंबर ਜਿਹੜਾ ਸੀਗਾ ਇਹ ਆਪਣੇ ਕੋਲ 18 ਸੀ, ठीक है। 18 ਦਾ ਆਨਸਰ 12, मतलब ਇਹ ਕੱਢਣਾ ਹੈ, मैथमेटिक्स है। फिर अपने कोल की है जी क्वेश्चन नंबर 19, ਸਕੂਲ ਵਿੱਚ ਲਿੰਗਿਕ ਭੇਦਭਾਵ ਤੋਂ ਬਚਣ ਦਾ ਸਰਵੋਤਮ ਤਰੀਕਾ ਹੋ ਸਕਦਾ ਹੈ। ਕਿਸ ਤਰ੍ਹਾਂ ਦਾ ਲਿੰਗ ਤੋਂ ਭੇਦਭਾਵ ਹੋ ਰਿਹਾ ਹੈ ਨਾ, ਸਕੂਲ ਵਿੱਚ ਲਿੰਗਿਕ ਭੇਦਭਾਵ ਦੂਰ ਕਰਨ ਲਈ ਨਿਯਮ ਬਣਾਉਣਾ ਅਤੇ ਸਖਤਾਈ ਨਾਲ ਲਾਗੂ ਕਰਨਾ। ਵੀ ਕਿਸੇ ਨਾਲ ਲੜਕੀ ਨੂੰ ਲੜਕੇ ਨਾਲੋਂ ਘੱਟ ਅੰਕਣਾ, ਇਹ ਵੀ ਗਲਤ ਹੈ। ਲੜਕੀ ਨੂੰ ਲੜਕੇ ਨਾਲੋਂ ਘੱਟ ਨਹੀਂ ਅੰਕਣਾ, ਮਤਲਬ ਭੇਦਭਾਵ ਨਹੀਂ ਹੋਣਾ, ਜਾਂ ਇਹ ਹੋਣਾ ਵੀ ਟੀਚਰ ਵੀ ਭੇਦਭਾਵ ਕਰ ਸਕਦਾ ਹੈ ਨਾ, ਅਤੇ ਜਾਂ ਆਪਣੇ ਆਪਸ 'ਚ ਸਟੂਡੈਂਟ ਵੀ ਕਰ ਸਕਦੇ ਆ ਹੈ ਨਾ। ਤਾਂ ਉਹ ਲਿੰਗ ਦਾ ਭੇਦਭਾਵ ਕਰਨ ਲਈ ਕੀ ਹੈ, ਨਿਯਮ ਹੋਣਾ ਚਾਹੀਦਾ ਜਾਂ ਸਖਤਾਈ ਨਾਲ ਲਾਗੂ। ਸੰਗੀਤਾਤਮਕ ਪ੍ਰਯੋਗਸ਼ਾਲਾ ਦੇ ਲਈ ਲੜਕੀਆਂ ਦੀ ਤੁਲਨਾ ਜ਼ਿਆਦਾ ਮੁੰਡਿਆਂ ਦੀ ਚੋਣ ਕਰਨਾ, ਇਹ ਤਾਂ ਉਲਟ ਹੋ ਗਿਆ, ਉਹਦਾ ਭੇਦਭਾਵ ਹੋ ਹੀ ਗਿਆ। ਅਧਿਆਪਕ ਦੁਆਰਾ ਲਿੰਗ ਪੱਖਪਾਤ ਵਿਵਹਾਰ ਅਪਣਾਇਆ ਜਾਣਾ, ਇਹ ਵੀ ਹੋ ਗਿਆ। ਪੁਰਸ਼ ਅਤੇ ਔਰਤਾਂ ਅਧਿਆਪਕਾਂ ਨੂੰ ਸਮਾਨ ਸੰਖਿਆ ਵਿੱਚ ਭਰਤੀ ਕਰਨਾ, ਇਹ ਨਹੀਂ ਹੋਇਆ ਨਾ। ਭੇਦਭਾਵ ਤੋਂ ਬਚਣ ਲਈ ਕੀ ਹੈ ਜੀ, ਸਕੂਲ ਵਿੱਚ ਲਿੰਗਿਕ ਭੇਦਭਾਵ ਦੂਰ ਕਰਨ ਲਈ ਕੀ ਬਣਾਏ ਜਾਣੇ, ਨਿਯਮ ਬਣਾਉਣੇ ਚਾਹੀਦੇ ਅਤੇ ਸਖਤਾਈ ਨਾਲ ਉਹਨੂੰ ਲਾਗੂ ਵੀ ਕਰਨਾ ਚਾਹੀਦਾ, ਜਿਸ ਨਾਲ ਭੇਦਭਾਵ ਖਤਮ ਹੋ ਸਕੇ। ਠੀਕ ਹੈ ਜੀ, ਤਾਂ ਆਨਸਰ ਇਹਦਾ ਫਸਟ ਹੈ। ਨੈਕਸਟ ਆਪਾਂ ਪੜ੍ਹਦੇ ਹਾਂ। ਨੈਕਸਟ ਕੁਐਸਚਨ ਬੜਾ ਇੰਪੋਰਟੈਂਟ ਹੈ। ਦੇਖੋ ਕੁਐਸਚਨ ਇਹੋ ਜਿਹੇ ਨਾ, ਤੁਸੀਂ ਸੋਚਿਆ ਕਰੋ ਵੀ ਕੁਐਸਚਨ ਔਖੇ ਵੀ ਆ ਸਕਦੇ, ਸੌਖੇ ਵੀ ਆ ਸਕਦੇ, ਮਿਕਸਚਰ ਹੁੰਦਾ ਕੁਐਸਚਨਾਂ ਦਾ। ਤੁਸੀਂ ਜਿੰਨੀ ਪ੍ਰੈਕਟਿਸ ਲਾਓਗੇ ਓਨਾ ਹੀ ਬੈਨੀਫਿਟ ਹੁੰਦਾ ਹੈ। ਇੱਕ ਬੱਚਾ ਜੋ ਡੈਸ਼ ਨਾਲ ਗ੍ਰਸਤ ਹੈ ਨਾ, ਇੱਕ ਬੱਚਾ ਜੋ ਡੈਸ਼ ਨਾਲ ਗ੍ਰਸਤ ਹੈ, ਉਹ ਸਾਹ ਨੂੰ ਆਵਾਜ਼ ਪੜ੍ਹਦਾ, ਰਿਵਰਸ ਕਰ ਦਿੰਦਾ ਸਾਰੇ ਨੂੰ, ਠੀਕ ਹੈ, ਪੁੱਠਾ ਕਰਤਾ ਸਾਹ, ਠੀਕ ਹੈ। ਨਿਊਕਲੀਅਰ ਨੂੰ ਅਨਕਲੀਅਰ ਪੜ੍ਹਦਾ, ਠੀਕ ਹੈ, ਵਿੱਚ ਅੰਤਰ ਉਹਨੂੰ ਨਹੀਂ ਪਤਾ, ਠੀਕ ਹੈ, ਅੰਤਰ ਨਹੀਂ ਦੱਸ ਸਕਦਾ। ਤਾਂ ਉਹਨੂੰ ਕਿਸ ਤਰ੍ਹਾਂ ਦਾ ਜਿਹੜੀ ਹੈ ਲਰਨਿੰਗ ਡਿਸੇਬਿਲਿਟੀ ਹੈ, ਪਹਿਲੀਆਂ ਗੱਲ ਤਾਂ ਉਹਨੂੰ ਲਰਨਿੰਗ ਡਿਸੇਬਿਲਿਟੀ ਤਾਂ ਕਿਸ ਤਰ੍ਹਾਂ ਦੀ ਲਰਨਿੰਗ ਡਿਸੇਬਿਲਿਟੀ ਉਹਨੂੰ, ਤਾਂ ਉਹਨੂੰ ਕੀ ਹੈ, ਉਹਨੂੰ ਪੜ੍ਹਨ ਸੰਬੰਧੀ ਹੈ। ਤਾਂ ਪੜ੍ਹਨ ਸੰਬੰਧੀ ਉਹਨੂੰ ਬੋਲਦੇ ਆ ਡਿਸਲੈਕਸੀਆ। ਕੀ ਬੋਲਦੇ ਆ, ਡਿਸਲੈਕਸੀਆ। ਤਾਂ ਆਨਸਰ ਕੀ ਆਊਗਾ ਜੀ, ਡਿਸਲੈਕਸੀਆ। ਠੀਕ ਹੈ ਜੀ, ਡਿਸਲੈਕਸੀਆ। ਡਿਸਲੈਕਸੀਆ ਕੀ ਹੋਊਗਾ, ਜਦੋਂ ਉਹਨੂੰ ਪੜ੍ਹਨ ਸੰਬੰਧੀ ਹੋਵੇ। ਕਲੀਅਰ ਹੈ ਜੀ, ਪੜ੍ਹਨ ਸੰਬੰਧੀ ਹੈ ਨੂੰ ਉਹਨੂੰ ਬੋਲਦੇ ਆ ਡਿਸਲੈਕਸੀਆ। ਓਕੇ ਜੀ, ਮਤਲਬ ਲਰਨਿੰਗ ਡਿਸੇਬਿਲਿਟੀ ਹੈ। ਕਈ ਵਾਰੀ ਇਸ ਤਰ੍ਹਾਂ ਇਹਨੂੰ ਤਾਂ ਇਹ ਦਿੱਤਾ, ਕਈ ਵਾਰ ਕਹਿੰਦਾ 6 ਨੂੰ 9 ਪੜ੍ਹਦਾ, 9 ਨੂੰ 6 ਪੜ੍ਹਦਾ, ਮੰਮੇ ਨੂੰ ਸੱਸਾ ਪੜ੍ਹਦਾ, ਸੱਸੇ ਨੂੰ ਮੰਮਾ ਪੜ੍ਹਦਾ, ਇਹ ਵੀ ਹੋ ਸਕਦਾ। ਪੱਪੇ ਨੂੰ ਤੱਦਾ ਪੜ੍ਹਦਾ, ਤੱਦੇ ਨੂੰ ਪੱਪਾ ਪੜ੍ਹਦਾ, ਉਹ ਵੀ ਕਿਸ ਤਰ੍ਹਾਂ ਦੀ ਇਹਦੀ, ਉਹ ਵੀ ਡਿਸਲੈਕਸੀਆ ਹੈ। ਡਿਸਲੈਕਸੀਆ ਪੜ੍ਹਨ ਸੰਬੰਧੀ, ਵਾਚਨ ਸੰਬੰਧੀ ਹੈ ਨਾ, ਰੀਡਿੰਗ ਪ੍ਰੋਬਲਮ ਜਿਹੜੀ ਹੈ ਲਰਨਿੰਗ ਡਿਸੇਬਿਲਿਟੀ ਦੇ ਵਿੱਚ ਹੈ ਜੀ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ। ਨੈਕਸਟ ਕੁਐਸਚਨ ਹੈ, ਕਹਿੰਦਾ ਇੱਕ ਔਰਤ ਨੇ ਭੋਜਨ ਪ੍ਰਾਪਤ ਕਰਨ ਦੇ ਲਈ ਆਪਣੇ ਬੱਚਿਆਂ ਨੂੰ ਵੇਚ ਦਿੱਤਾ। ਇਸ ਖਰਚ ਨੂੰ ਡੈਸ਼ ਦੇ ਅਨੁਸਾਰ ਚੰਗੀ ਤਰ੍ਹਾਂ ਸਮਝਾਇਆ ਜਾ ਸਕਦਾ ਹੈ। ਉਹਨੇ ਭੋਜਨ ਪ੍ਰਾਪਤ ਕਰਨਾ ਸੀ, ਆਪਦੇ ਬੱਚੇ ਨੂੰ ਵੇਚਤਾ, ਠੀਕ ਹੈ ਜੀ। ਉਸ ਲਈ ਉਹਨੇ ਕੀ ਕੀਤਾ, ਤਾਂ ਇਹਦੇ ਵਿੱਚ ਕਿਹੜਾ ਤੱਤ ਹੈ ਜੀ, ਮਨੋ ਸਮਾਜਿਕ ਸਿਧਾਂਤ ਹੈ, ਪੁਨਰਬਲ ਦਾ ਸਿਧਾਂਤ ਹੈ, ਮਨੋਵਿਸ਼ਲੇਸ਼ਣਵਾਦ ਹੈ, ਜਾਂ ਪ੍ਰਦਾਨ ਕ੍ਰਮਿਕ ਜ਼ਰੂਰਤਾਂ ਦਾ ਸਿਧਾਂਤ ਹੈ। ਹਾਂ, ਉਹਦੇ ਵਿੱਚ ਉਹਨੇ ਆਪਣੀ ਜ਼ਰੂਰਤ ਸੀ, ਉਹਨੂੰ ਆਪਣੀ ਜ਼ਰੂਰਤਾਂ ਪੂਰੀਆਂ ਕੀਤੀਆਂ। ਤਾਂ ਕਿਹੜੀ ਉਹਦੀ ਨੀਡਸ ਕਿਹੜੀ ਹੈ, ਹਿਰਾਰੀਕਲ ਨੀਡਸ ਲਈ ਉਹਨੇ ਕੀ ਕੀਤਾ, ਭੋਜਨ ਪ੍ਰਾਪਤ ਕਰਨ ਲਈ ਆਪਣੇ ਬੱਚੇ ਨੂੰ ਵੇਚਤਾ। ਕਿਸੇ ਵੀ ਹੱਦ ਤੱਕ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਕੇ, ਉਹਨੂੰ ਬੋਲਦੇ ਆ ਹਿਰਾਰੀਕਲ ਨੀਡਸ। ਠੀਕ ਹੈ ਜੀ, ਚਲੋ ਨੈਕਸਟ ਆਪਣੇ ਕੋਲ ਕੋਲਬਰਗ। ਗੱਲ ਕਰਦੇ ਹਾਂ ਜੀ ਕੋਲਬਰਗ ਦੀ। ਕੋਲਬਰਗ ਦੇ ਨੈਤਿਕ ਸਿਧਾਂਤ ਅਨੁਸਾਰ ਪ੍ਰਾਥਮਿਕ ਜਮਾਤ ਦੇ ਬੱਚੇ ਕਿਹੜੀ ਸਟੇਜ ਦੀ ਨੀਤੀ ਦੀ ਨੈਤਿਕਤਾ ਨੂੰ ਅਪਣਾਉਂਦੇ ਹਨ। ਪ੍ਰਾਇਮਰੀ ਦੀ ਗੱਲ ਹੋ ਰਹੀ ਹੈ, ਗੱਲ ਕਿਹਦੀ ਹੋ ਰਹੀ ਹੈ ਜੀ, ਪ੍ਰਾਇਮਰੀ ਦੀ। ਤਾਂ ਪ੍ਰਾਇਮਰੀ ਦੇ ਬੱਚੇ ਸਾਡੇ ਛੋਟੇ ਹੈ ਨਾ ਜੀ, ਤਾਂ ਆਪਾਂ ਨੂੰ ਪਤਾ ਹੀ ਹੈ ਜੀ, ਉਹਦੇ ਵਿੱਚ ਜਿਹੜੇ ਹੈ ਪਹਿਲੀ ਸਟੇਜ ਦੀ ਗੱਲ ਹੀ ਚੱਲੂਗੀ। ਤਾਂ ਕਿਹੜੀ ਹੈ ਪਹਿਲੀ ਸਟੇਜ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਨਿਸ਼ਮੈਂਟ ਐਂਡ ਓਬੀਡੈਂਸ। ਠੀਕ ਹੈ, ਓਰੀਐਂਟੇਸ਼ਨ। ਤਾਂ ਆਪਣੇ ਕੋਲ ਪਨਿਸ਼ਮੈਂਟ ਐਂਡ ਓਬੀਡੇਸ਼ਨ ਓਰੀਐਂਟੇਸ਼ਨਸ ਜਿਹੜੀ ਹੈ ਆਨਸਰ ਆ ਜਾਊਗਾ ਫਸਟ। ਠੀਕ ਹੈ ਜੀ, ਨੈਕਸਟ ਫਰੋਬਲ ਪ੍ਰਸਿੱਧ ਹੈ। ਫਰੋਬਲ ਬਹੁਤ ਇੰਪੋਰਟੈਂਟ ਹੈ ਜੀ। ਤਾਂ ਫਰੋਬਲ ਕਿਸ ਦੇ ਨਾਲ ਹੈ, ਕਿੰਡਰਗਾਰਟਨ ਦੇ ਨਾਲ। ਫਰੋਬਲ ਕਿਹਦੇ ਨਾਲ ਰਿਲੇਟਡ ਹੈ ਜੀ, ਕਿੰਡਰਗਾਰਟਨ ਦੇ ਨਾਲ ਇੰਪੋਰਟੈਂਟ ਹੈ। ਫਰੋਬਲ ਕਿੰਡਰਗਾਰਟਨ ਦੇ ਨਾਲ ਇੰਪੋਰਟੈਂਟ ਹੈ। ਠੀਕ ਹੈ ਜੀ, KG ਦਾ ਜਿਹੜਾ ਸਿਧਾਂਤ ਦਿੱਤਾ ਸੀ ਫਰੋਬਲ ਨੇ ਦਿੱਤਾ ਸੀ। ਠੀਕ ਹੈ ਜੀ, ਕਿੰਡਰਗਾਰਟਨ ਦਾ ਫਰੋਬਲ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ
ਬੱਚੇ ਦੇ ਸਮਾਜੀਕਰਨ ਲਈ ਸਭ ਤੋਂ ਪਹਿਲਾ ਕਾਰਕ ਕਿਹੜਾ ਹੈ? ਇੰਪੋਰਟੈਂਟ ਹੈ ਜੀ। ਸਭ ਤੋਂ ਪਹਿਲਾ ਕਾਰਕ ਕਿਹੜਾ ਹੈ? ਤਾਂ ਉਹ ਬੱਚੇ ਦੇ ਬੱਚਾ ਜਿਹੜਾ ਸਮਾਜੀਕਰਨ ਲਈ, ਸੋਸ਼ਲਾਈਜੇਸ਼ਨ ਹੋਣ ਲਈ ਬੱਚਾ, ਇੱਕ ਤਾਂ ਪਰਿਵਾਰ ਅਤੇ ਦੂਸਰਾ ਸਮਾਜ। ਪਰਿਵਾਰ ਤੋਂ ਬਾਅਦ ਉਹ ਦੂਸਰਿਆਂ ਕੋਲ ਜਾਂਦਾ। ਪਹਿਲਾ ਉਹਦਾ ਜਿਹੜਾ ਸਮਾਜ ਹੈ, ਉਹਦਾ ਪਰਿਵਾਰ ਹੀ ਹੈ, ਉਹਦੀ ਮਾਂ ਹੈ, ਸਭ ਤੋਂ ਵੱਡਾ ਉਹਦਾ ਟੀਚਰ ਵੀ ਹੈ, ਉਹਦੀ ਮਾਂ ਕੋਲ ਹੁੰਦਾ। ਉਸ ਤੋਂ ਬਾਅਦ ਹੀ ਉਹ ਪਰਿਵਾਰ ਤੋਂ ਬਾਹਰ ਆਪਣੇ ਜਿਹੜੇ ਹੈ ਪੀਅਰਸ ਗਰੁੱਪ ਕੋਲ ਜਾਂਦਾ ਹੈ, ਹੈ ਨਾ, ਆਪਣੇ ਆਂਢੀਆਂ ਗੁਆਂਢੀਆਂ ਕੋਲ ਜਾਣਾ ਸ਼ੁਰੂ ਕਰ ਦਿੰਦਾ, ਸਕੂਲ ਵਿੱਚ ਜਾਣਾ ਸ਼ੁਰੂ ਕਰ ਦਿੰਦਾ। ਪਰ ਸਭ ਤੋਂ ਪਹਿਲਾਂ ਕਿੱਥੇ ਜਾਂਦਾ ਜੀ? ਤਾਂ ਸਮਾਜੀਕਰਨ ਦਾ ਸਭ ਤੋਂ ਪਹਿਲਾ ਕਾਰਕ ਹੁੰਦਾ ਹੈ ਜੀ ਪਰਿਵਾਰ। ਆਨਸਰ ਕੀ ਹੈ ਜੀ? ਪਰਿਵਾਰ। ਠੀਕ ਹੈ ਜੀ। ਨੈਕਸਟ ਗੱਲ ਕਰ ਰਹੇ ਹਾਂ ਜੀ। ਤੁਸੀਂ ਸੁਣ ਰਹੇ ਹੋ, ਉਮੀਦ ਹੈ, ਤਾਂ ਬਹੁਤ ਅੱਛੀ ਗੱਲ ਹੈ। ਨੈਕਸਟ ਆਪਾਂ ਗੱਲ ਕਰ ਰਹੇ ਹਾਂ ਜੀ, ਆਪਣੇ ਕੋਲ ਜਮਾਤ 'ਚ ਅਲੱਗ-ਅਲੱਗ ਬੈਠਣ ਵਾਲੇ ਵਿਦਿਆਰਥੀਆਂ ਲਈ ਤੁਸੀਂ ਕੀ ਕਹੋਗੇ? ਅਲੱਗ-ਅਲੱਗ ਬੈਠੇ ਨੇ, ਹੈ ਨਾ, ਉਹਨੂੰ ਕੀ ਕਹੋਗੇ? ਤਾਂ ਦੇਖੋ, ਆਪਣੇ ਕੋਲ ਕੁਐਸਚਨ ਹੈ ਜਿਹੜਾ, ਉਸਨੂੰ ਅੱਗੇ ਬਿਠਾਓਗੇ ਜਮਾਤ ਵਿੱਚ, ਉਸ ਨੂੰ ਪ੍ਰਸ਼ਨ ਪੁੱਛੋਗੇ, ਸਮੂਹਿਕ ਗਤੀਵਿਧੀ ਵਿੱਚ ਭਾਗ ਲੈਣ ਲਈ ਕਹੋਗੇ, ਜਾਂ ਜ਼ਿੰਮੇਵਾਰੀ ਦਾ ਕੰਮ ਜ਼ਿੰਮੇ ਲਾਓਗੇ? ਤਾਂ ਅਲੱਗ-ਅਲੱਗ ਬੈਠਣ ਵਾਲੇ ਵਿਦਿਆਰਥੀਆਂ ਲਈ ਤੁਸੀਂ ਕੀ ਕਹੋਗੇ? ਉਹਨਾਂ ਨੂੰ, ਉਹ ਅਲੱਗ-ਅਲੱਗ ਬੈਠ ਜਾਂਦੇ ਹੈ ਨਾ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਵੀ ਅਲੱਗ ਹੋ ਕੇ ਬੈਠ ਗਿਆ ਜਿਹੜਾ, ਉਹਨੂੰ ਅੱਗੇ ਬਿਠਾਉਣ ਲਈ ਨਹੀਂ ਕਹੋਗੇ, ਉਹਨੂੰ ਜਮਾਤ ਨੂੰ ਪ੍ਰਸ਼ਨ ਪੁੱਛਣ ਲਈ ਨਹੀਂ ਕਹੋਗੇ, ਉਹਨੂੰ ਸਮੂਹਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਕਹੋਗੇ। ਮਤਲਬ ਜਿਸ ਵਿੱਚ ਉਹ ਕੀ ਕਰੇ? ਆਪਣੀ ਭਾਗੀਦਾਰੀ ਦੇਵੇ, ਪਾਰਟੀਸ਼ਨ ਕਰੇ। ਠੀਕ ਹੈ, ਪਾਰਟੀਸਪੇਟ ਕਰੇ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰ ਰਹੇ ਹਾਂ ਜੀ, ਕੁਐਸਚਨ 26 ਦੀ ਗੱਲ ਕਰ ਰਹੇ ਹਾਂ ਜੀ। 26 ਦੇ ਵਿੱਚ ਕੀ ਹੈ? ਵਾਈਗੋਸਕੀ ਦੇ ਅਨੁਸਾਰ ਬਾਲ ਵਿਕਾਸ ਕਿਸ ਤਰ੍ਹਾਂ ਦਾ ਹੁੰਦਾ ਜੀ? ਹੁਣ ਆਪਾਂ ਨੂੰ ਪਤਾ ਹੀ ਹੈ ਜੀ, ਉਹਨੇ ਜਿਹੜਾ ਹੈ ਵਾਈਗੋਸਕੀ ਹੈ, ਵਾਈਗੋਸਕੀ ਦੀਆਂ 3 ਚੀਜ਼ਾਂ ਇੰਪੋਰਟੈਂਟ ਹੈ ਜੀ, 1 2 ਅਤੇ 3। ਇੱਕ ਤਾਂ ਉਹ ਕਹਿੰਦਾ ਇੱਕ ਤਾਂ ਹੈ ਸੋਸ਼ਲ ਇੰਟਰੈਕਸ਼ਨ, ਸਮਾਜਿਕ ਅੰਤਰਕਿਰਿਆ, ਠੀਕ ਹੈ, ਕਿਹਦੀ? ਸੋਸ਼ਲ ਇੰਟਰੈਕਸ਼ਨ। ਇੱਕ ਉਹਦੀ ਲੈਂਗੁਏਜ ਹੈ, ਭਾਸ਼ਾ, ਇੱਕ ਸੱਭਿਆਚਾਰ। ਆਹ ਤੇ ਚੀਜ਼ਾਂ ਤਿੰਨਾਂ ਵਿੱਚੋਂ ਜਿਹੜੀ ਵੀ ਮਿਲੂਗੀ ਵਾਈਗੋਸਕੀ ਦੇ ਵਿੱਚ, ਉਹ ਹੀ ਆਨਸਰ ਹੋਏਗਾ। ਸੋਸ਼ਲ ਇੰਟਰੈਕਸ਼ਨਸ, ਲੈਂਗੁਏਜ ਅਤੇ ਸੱਭਿਆਚਾਰ ਭਾਵ ਕਲਚਰ। ਤਾਂ ਇਹਦੇ ਵਿੱਚ ਆਪਾਂ ਵੇਖਦੇ ਹਾਂ ਕੀ ਮਿਲਦਾ। ਵਾਈਗੋਸਕੀ ਅਨੁਸਾਰ ਬਾਲ ਵਿਕਾਸ ਕੀ ਹੈ ਜੀ? ਆਤਮ ਸਾਤਮ ਕਰਨਾ ਅਤੇ ਅਨੁਕੂਲਨ ਦੀ ਉਪਜ, ਰਸਮੀ ਸਿੱਖਿਆ ਦੀ ਉਪਜ, ਸੱਭਿਆਚਾਰ ਦੀ ਭਾਵਾਤਮਕ ਉਪਜ, ਜਾਂ ਸਮਾਜਿਕ ਅੰਤਰਕਿਰਿਆ ਦੀ ਉਪਜ। ਹੁਣ ਤੁਸੀਂ ਕਹੋਗੇ ਸੱਭਿਆਚਾਰ ਵੀ ਆ ਗਿਆ ਇਹਦੇ 'ਚ ਅਤੇ ਸਮਾਜਿਕ ਅੰਤਰ ਵੀ ਆ ਗਿਆ। ਹੁਣ ਸਮਝ ਆਏ ਕਿ ਭਾਵਾਤਮਕ ਉਪਜ ਨਹੀਂ ਹੈ, ਤਾਂ ਸੱਭਿਆਚਾਰ ਦੀ ਅੰਤਰਕਿਰਿਆ ਦੀ ਉਪਜ ਹੈ। ਤਾਂ ਆਨਸਰ ਆਪਾਂ ਲਗਾਵਾਂਗੇ ਜੀ, ਬਿਲਕੁਲ ਲਗਾਵਾਂਗੇ, ਸਮਾਜਿਕ ਅੰਤਰਕਿਰਿਆ ਦੀ ਉਪਜ ਹੈ, ਅੰਤਰਕਿਰਿਆ ਇਹ। ਠੀਕ ਹੈ ਜੀ, ਇਹਨੂੰ ਅੰਤਰ ਨਾ ਸਮਝੋ, ਅੰਤਰਕਿਰਿਆ ਦੀ ਉਪਜ ਹੈ, ਅੰਤਰਕਿਰਿਆ, ਇਹਨੂੰ ਅੰਤਰਕਿਰਿਆ ਕਿਹਾ ਜੀ। ਠੀਕ ਹੈ। ਨੈਕਸਟ ਪੜ੍ਹਦੇ ਹਾਂ ਜੀ। ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸੰਬੰਧ ਰੱਖਣ ਵਾਲਾ ਇੱਕ ਬੱਚਾ ਪ੍ਰਾਈਵੇਟ ਸਕੂਲ ਵਿੱਚ ਤੁਹਾਡੀ ਜਮਾਤ ਵਿੱਚ ਭਰਤੀ ਹੁੰਦਾ ਹੈ, ਮਤਲਬ ਉਹ ਘਰੋਂ ਗਰੀਬ ਹੈ ਜਾਂ ਕਮਜ਼ੋਰ ਹੈ, ਜਿੱਥੇ ਬਾਕੀ ਬੱਚੇ ਉਸ ਵਰਗ ਨਾਲ ਸੰਬੰਧਿਤ ਨਹੀਂ ਹਨ, ਬਾਕੀ ਉਹਦੇ ਨਾਲੋਂ ਰਿਚ ਫੈਮਿਲੀ 'ਚ। ਇੱਕ ਅਧਿਆਪਕ ਹੋਣ ਦੇ ਨਾਤੇ ਤੁਸੀਂ ਕੀ ਕਰੋਗੇ ਜੀ? ਤਾਂ ਇੰਪੋਰਟੈਂਟ ਹੈ। ਤਾਂ ਦੇਖੋ ਜੀ, ਬੱਚੇ ਨੂੰ ਕਿੱਤਾ ਮੁਖੀ ਕੋਰਸ ਲੈਣ ਦਾ ਸੁਝਾਅ ਦਊਂਗਾ ਵੀ ਯਾਰ ਤੂੰ ਨਾ ਕਰ, ਤੂੰ ਮਤਲਬ ਕੰਮ ਕਰਨ ਵਾਲਾ ਸੋਚ, ਕੰਮ ਵੀ ਕੀ ਕਰਨਾ, ਕੰਮ ਜਦੋਂ ਅੱਗੇ ਜਾ ਕੇ ਦੁਕਾਨਦਾਰੀ ਖੋਲ੍ਹਣੀ ਹੈ ਨਾ। ਫਿਰ ਬੱਚੇ ਨੂੰ ਉਸ ਜਮਾਤ ਵਿੱਚ ਸਮਾਯੋਜਿਤ ਕਰਨ ਲਈ ਕੋਈ ਭੂਮਿਕਾ ਨਹੀਂ ਨਿਭਾਓਗੇ, ਉਹਨੂੰ ਕਹੋਗੇ ਛੱਡ ਪਰਾਂ, ਜਿਵੇਂ ਹੈ ਆਇਆ ਠੀਕ ਹੈ, ਬਹਿ ਗਿਆ, ਕੋਈ ਨਹੀਂ। ਆਪਣੀ ਜਮਾਤ ਵਿੱਚ ਰੱਖੋਗੇ ਅਤੇ ਬਾਕੀ ਬੱਚਿਆਂ ਨੂੰ ਉਸਦੀ ਜ਼ਰੂਰਤਾਂ ਬਾਰੇ ਸੰਵੇਦਨਸ਼ੀਲ ਬਣਾਓਗੇ। ਇਹ ਬਿਲਕੁਲ ਸਟਰੋਂਗ ਹੋ ਸਕਦੀ ਹੈ। ਅਗਲਾ ਬੱਚੇ ਨੂੰ ਅਜਿਹੇ ਸਕੂਲ ਵਿੱਚ ਭਰਤੀ ਹੋਣ ਲਈ ਕਹੋਗੇ ਜਿਹੜੇ ਆਰਥਿਕ ਤੌਰ 'ਤੇ ਕਮਜ਼ੋਰ ਹੈ, ਇਹ ਵੀ ਨਹੀਂ ਤੁਹਾਡੀ ਕਲਾਸ 'ਚ ਹੀ ਆਵੇ ਜਦੋਂ, ਤਾਂ ਆਨਸਰ ਇਹਦਾ 3rd। ਮਤਲਬ ਕੀ ਹੈ 3rd ਆਨਸਰ ਦਾ ਮਤਲਬ ਹੈ ਜੀ ਕਿ ਆਪਣੀ ਜਮਾਤ ਵਿੱਚ ਰੱਖੋਗੇ, ਬਾਕੀ ਬੱਚਿਆਂ ਨੂੰ ਉਸਦੀ ਜ਼ਰੂਰਤਾਂ ਦੇ ਬਾਰੇ ਸੰਵੇਦਨਸ਼ੀਲ ਬਣਾਓਗੇ। ਜਿਵੇਂ ਇਹਨੂੰ ਕੋਈ ਜ਼ਰੂਰਤ ਹੈ ਨਾ, ਤਾਂ ਇਹਨੂੰ ਦੇ ਦਿਓ, ਹੈ ਨਾ, ਜੇ ਕੋਈ ਕਾਪੀ, ਪੈਨ ਦੀ, ਪੈਨਸਿਲ ਦੀ ਜ਼ਰੂਰਤ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ। ਵੈਰੀ ਗੁੱਡ। ਨੈਕਸਟ ਹੈ ਜੀ, IQ ਫਾਰਮੂਲਾ ਕਿਸ ਨੇ ਦਿੱਤਾ? ਇੰਟੈਲੀਜੈਂਸ ਕੋਸ਼। ਆਪਾਂ IQ ਦਾ ਫਾਰਮੂਲਾ ਹੁੰਦਾ ਕੀ ਹੈ? ਮੈਂਟਲ ਏਜ ਅਪੋਨ ਕ੍ਰੋਨਿਕਲੀ ਏਜ ਇਨਟੂ 100। ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ।
ਤਾਂ ਦਿੱਤਾ ਕਿੰਨੇ ਸੀ? ਤਾਂ ਇਹ ਜਿਹੜਾ ਦਿੱਤਾ ਹੈ ਜੀ ਆਪਣੇ ਕੋਲ ਟਰਮਨ ਨੇ। ਕਿਹਨੇ ਦਿੱਤਾ ਜੀ? ਟਰਮਨ ਨੇ ਜਿਹੜਾ ਦਿੱਤਾ ਹੈ। ਠੀਕ ਹੈ ਜੀ, ਠੀਕ ਹੈ। ਬਿਨੇ ਸਾਈਮਨ ਨੇ ਇਹ ਜਿਹੜਾ ਸ਼ੁਰੂਆਤ ਕੀਤੀ ਸੀ ਅਤੇ ਟਰਮਨ ਨੇ ਦਿੱਤਾ ਹੈ। ਭਾਰਤ ਦੇ ਵਿੱਚ ਮਨੋਵਿਗਿਆਨਕ ਦੀ ਪਹਿਲੀ ਪ੍ਰਯੋਗਸ਼ਾਲਾ ਕਦੋਂ ਬਣਾਈ ਗਈ? ਭਾਰਤ ਵਿੱਚ ਗੱਲ ਹੋ ਰਹੀ ਹੈ। ਲਿਪਜ਼ਿੰਗ ਦੇ ਵਿੱਚ ਤਾਂ 1879 'ਚ ਬਣਾਈ ਗਈ ਸੀ। ਭਾਰਤ 'ਚ ਕਦੋਂ ਬਣਾਈ ਗਈ? ਤਾਂ 1916 'ਚ। ਠੀਕ ਹੈ। ਔਰ ਵਿਸ਼ਵ ਦੀ ਉਹ ਸੀਗੀ 1879 ਲਿਪਜ਼ਿੰਗ 'ਚ, ਹੈ ਨਾ, ਜਿਹਦਾ ਨਾਮ ਕਾਰਲ ਮਾਰਕਸ ਯੂਨੀਵਰਸਿਟੀ ਹੈ ਹੁਣ। ਉਹ ਮਨੋਵਿਗਿਆਨਕ ਜਿਸ ਨੇ ਵਿਅਕਤੀਗਤ ਭਿੰਨਤਾ ਦਾ ਅਧਿਐਨ ਦਿੱਤਾ, ਮਤਲਬ ਇੰਡੀਵਿਜੂਅਲ ਦਾ ਜਿਹੜਾ ਹੈ ਕਿਹਨੇ ਦਿੱਤਾ ਜੀ? ਉਹ ਗਾਲਟਨ ਨੇ ਦਿੱਤਾ। ਫਰਾਂਸਿਸ ਗਾਲਟਨ ਨੇ ਵਿਅਕਤੀਤਵ ਦਾ ਸਿਧਾਂਤ ਦਿੱਤਾ ਜੀ। ਠੀਕ ਹੈ। ਅੱਜ ਦੇ ਲਈ ਆਪਣੇ ਆਹ 30 ਕੁਐਸਚਨ ਸੀ। ਉਮੀਦ ਕਰਦਾ ਤੁਸੀਂ ਦੁਬਾਰਾ ਤੋਂ ਇਹਨੂੰ ਸੁਣ ਕੇ ਤਾਂ ਬਿਲਕੁਲ ਸਮਝੋਗੇ ਅਤੇ ਚੈਨਲ ਨੂੰ ਸਬਸਕ੍ਰਾਈਬ। ਧੰਨਵਾਦ ਜੀ ਸਾਰਿਆਂ ਦਾ, ਸ਼ੁਕਰੀਆ ਸਾਰਿਆਂ ਦਾ।